ਵਾਹਿਗੁਰੂ ਜੀ। ਪ੍ਰਭ ਦਾਤੋ ਦਾਤਾਰ, ਪਰਿਓ ਜਾਚਕ ਇਕ ਸਰਨਾ। ਮਿਲੈ ਦਾਨ ਸੰਤ ਰੇਨ, ਜਿਹੇ ਲਗ ਭਵਜਲ ਤਰਨਾ। ਬਿਨਤ ਕਰੋ ਅਰਦਾਸ, ਸੁਨੋ ਜੇ ਠਾਕੁਰ ਭਾਵੈ। ਦੇਹੋ ਦਰਸ ਮਨ ਚਾਓ, ਭਗਤ ਇਹ ਮਨ ਠਹਿਰਾਵੈ। ਬਲਿਓ ਚਰਾਗ ਅੰਧਿਆਰ ਮਹਿ, ਸਭ ਕਲ ਉਦਰੀ ਇਕ ਨਾਮ ਧਰਮ। ਪ੍ਰਗਟ ਸਗਲ ਹਰ ਭਵਨ ਮਹਿ, ਜਨ ਨਾਨਕ ਗੁਰ ਪਾਰ ਬ੍ਰਹਮ। ਪ੍ਰਗਟ ਸਗਲ ਹਰ ਭਵਨ ਮਹਿ, ਜਨ ਨਾਨਕ ਗੁਰ ਪਾਰ ਬ੍ਰਹਮ। ਘਨ ਹਰ ਬੂੰਦ ਬਸੋਰੋ ਮਾਵਲ, ਕੁਸਮ ਬਸੰਤ ਗਨੰਤ ਨ ਆਵੈ। ਰਵ ਸਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੈ। ਰੁਦਰ ਧਿਆਨ ਗਿਆਨ ਸਤਿਗੁਰ ਕੇ, ਕਵ ਜਨ ਭਲ ਉਨੈ ਜੋ ਗਾਵੈ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੈ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੈ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਨ ਮੁਖ ਚੰਚਲ ਮਤ ਹੈ, ਅੰਤਰ ਬਹੁਤ ਚਤੁਰਾਈ। ਕੀਤਾ ਕਰਤਿਆ ਬਿਰਥਾ ਗਿਆ, ਇਕ ਤਿਲ ਥਾਇ ਨਾ ਪਾਈ। ਪੁੰਨ ਦਾਨ ਜੋ ਬੀਜ ਦੇ, ਸਭ ਧਰਮ ਰਾਏ ਕੈ ਜਾਈ। ਬਿਨ ਸਤਿਗੁਰੂ ਜਮ ਕਾਲ ਨ ਛੋਡਈ, ਦੂਜੈ ਭਾਏ ਖੁਆਈ। ਜੋ ਬਨ ਜਾਂਦਾ ਨਦਰ ਨ ਆਵਈ, ਜਰ ਪਹੁੰਚੈ ਮਰ ਜਾਈ। ਪੁੱਤ ਕਲਤ ਮੋਹ ਹੇਤ ਹੈ, ਅੰਤ ਬੇਲੀ ਕੋ ਨਾ ਸਖਾਈ। ਸਤਿਗੁਰ ਸੇਵੇ ਸੋ ਸੁਖ ਪਾਏ, ਨਾਉ ਵਸੈ ਮਨ ਆਈ। ਨਾਨਕ ਸੇ ਵੱਡੇ ਵਡ ਭਾਗੀ, ਜੇ ਗੁਰਮੁਖ ਨਾਮ ਸਮਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ। ਸਤਿਗੁਰ ਬਾਣੀ ਪੁਰਖ ਪੁਰਖੋਤਮ, ਬਾਣੀ ਸਿਉ ਚਿਤ ਲਾਵੈ ਗੋ। ਗੁਰਬਾਣੀ ਸੁਨਤ ਮੇਰਾ ਮਨ ਦਰਵਿਆ, ਮਨ ਭੀਨਾ ਨਿਜ ਘਰ ਆਵੈ ਗੋ। ਐਸੇ ਦੀਨ ਦਿਆਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਅਸ਼ਟਮ ਬਲਵੀਰਾ ਸਤਿਗੁਰੂ, ਬਾਲਾ ਪ੍ਰੀਤਮ ਸਤਿਗੁਰੂ, ਧੰਨ 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 ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ 'ਤੇ ਸਜੇ ਹੋਏ ਅੰਮ੍ਰਿਤ ਵੇਲੇ ਦੇ ਦੀਵਾਨਾਂ 'ਚ ਹਾਜ਼ਰੀਆਂ ਭਰ ਰਹੀ ਗੁਰੂ ਕੀ ਸਾਜੀ ਔਰ ਨਿਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ ਕੇ ਆਪਣੇ ਜੀਵਨ ਦਾ ਕੁਝ ਸਮਾਂ
ਸਤਿਗੁਰਾਂ ਦੇ ਚਰਨਾਂ 'ਚ ਲੇਖੇ ਲਾ ਕੇ ਸਫਲਾ ਔਰ ਸਕਾਰਥਾ ਕਰ ਰਹੇ ਹੋ। ਗੁਰਦੇਵ ਦੀ ਧੁਰ ਕੀ ਬਾਣੀ, ਅਕਾਲੀ ਬਾਣੀ, ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ, ਸਤਿਗੁਰਾਂ ਦੇ ਪਾਵਨ ਦਰਬਾਰ ਦੇ ਹਜ਼ੂਰੀ ਕੀਰਤਨੀਏ ਸਿੰਘਾਂ ਪਾਸੋਂ ਆਪ ਜੀ ਨੇ ਸਰਵਣ ਕੀਤੇ ਹਨ। ਪਾਤਸ਼ਾਹ ਦੇ ਪਾਵਨ ਸਥਾਨ ਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਚੱਲ ਰਹੀ ਲੜੀਵਾਰ ਕਥਾ ਸਰਵਣ ਕਰਨ ਵਾਸਤੇ ਆਪ ਜੀ ਗੁਰੂ ਚਰਨਾਂ ਵਿੱਚ ਤਤਪਰ ਹੋ ਕੇ, ਸਾਵਧਾਨ ਹੋ ਕੇ, ਇਕਾਗਰਚਿਤ ਹੋ ਕੇ ਜੁੜ ਬੈਠੇ ਹੋ। ਲੜੀਵਾਰ ਸ਼ਬਦ ਦਾ ਪਾਠ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਾਵਨ ਦਰਬਾਰ ਦੇ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਦੀ ਰਚਨਾ ਤੋਂ ਆਪ ਜੀ ਨੇ ਸਰਵਣ ਕੀਤੇ ਹਨ। ਆਓ ਜਿਤਨਾ ਕੁ ਸਮਾਂ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ, ਇਸ ਨੂੰ ਸਫਲਿਆਂ ਬਣਾਉਣ ਲਈ ਗੁਰਦੇਵ ਦੇ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਨਾਲ ਜੁੜੀਏ। ਤੀਸਰੇ ਪਾਤਸ਼ਾਹ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਗਰੀਬਨਵਾਜ ਸਾਹਿਬ ਜੀ ਕਿਰਪਾ ਦੇ ਘਰ ਵਿੱਚ ਆਏ ਹਨ। ਵਾਰਾਂ ਦੀ ਵਧੀਕ ਬਾਣੀ ਵਿੱਚੋਂ ਇਹ ਪਾਵਨ ਪਵਿੱਤਰ ਸ਼ਲੋਕ ਸਤਿਗੁਰੂ ਜੀ ਸਾਨੂੰ ਬਖਸ਼ਿਸ਼ ਕਰ ਰਹੇ ਨੇ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਬਾਣੀ ਵਿੱਚ 22 ਵਾਰਾਂ ਹਨ। ਉਹਨਾਂ ਵਾਰਾਂ ਤੋਂ ਜਿਹੜੇ ਵਧੇ ਹੋਏ ਸ਼ਲੋਕ ਨੇ, ਉਹਨਾਂ ਨੂੰ ਵਾਰਾਂ ਤੇ ਵਧੀਕ ਕਹਿੰਦੇ ਹਨ। ਉਹ ਪਾਵਨ ਸ਼ਲੋਕ ਮਹਾਰਾਜ ਜੀ ਨੇ ਸਮਾਪਤੀ ਦੇ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗਾਂ ਤੇ ਸੁਭਾਏਮਾਨ ਕੀਤੇ ਹਨ। ਆਓ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਸੁਰਤੀਆਂ ਬਿਰਤੀਆਂ ਜੋੜੀਏ। ਮਨ ਬਿਰਤੀਆਂ ਦੀ ਇਕਾਗਰਤਾ ਵਾਸਤੇ ਸਤਿਗੁਰੂ ਜੀ ਦੇ ਪਾਵਨ ਸ਼ਬਦ ਦਾ ਆਸਰਾ ਲਓ। ਰਸਨਾ ਨੂੰ ਪਵਿੱਤਰ ਕਰੋ ਤੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਨ ਮੁਖ ਚੰਚਲ ਮਤ ਹੈ, ਅੰਤਰ ਬਹੁਤ ਚਤੁਰਾਈ। ਮਨ ਮੁਖ ਜਿਸ ਦਾ ਮੁਖ ਮਨ ਵੱਲ ਹੈ। ਸਾਡੀ ਇਹ ਸਰੀਰ ਦੀ ਰਚਨਾ, ਅੰਤःਕਰਣ ਦੀ ਰਚਨਾ, ਸੂਖਮ ਸਰੀਰ ਦੀ ਰਚਨਾ ਔਰ ਕਾਰਨ ਸਰੀਰ ਦੀ ਰਚਨਾ ਪੰਜਾਂ ਤੱਤਾਂ ਤੋਂ ਹੋਈ ਹੈ। ਪੰਜ ਤੱਤਾਂ ਦਾ ਇਹ ਬਾਹਰਲਾ ਸਥੂਲ ਸਰੀਰ ਬਣਿਆ। ਵਿਦਵਾਨ ਜਨ ਕਹਿੰਦੇ ਹੈ ਕਿ ਸਥੂਲ ਸਰੀਰ ਦੀ ਰਚਨਾ ਪੰਜ ਤੱਤਾਂ ਦੇ ਤਮੋ ਗੁਣ ਤੋਂ ਹੋਈ ਹੈ। ਤਿੰਨ ਗੁਣ ਨੇ ਜਿਹੜੇ ਸੰਸਾਰ ਦੇ ਵਿੱਚ ਕਿਰਿਆਮਾਨ ਹੋ ਕੇ ਕਿਰਿਆ ਕਰਦੇ ਹੈ, ਰਜੋ ਗੁਣ, ਤਮੋ ਗੁਣ ਔਰ ਸਤੋ ਗੁਣ। ਇਸੇ ਨੂੰ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਫਰਮਾਇਆ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਬਾਨ। ਇਹ ਤਿੰਨ ਗੁਣ ਨੇ ਜਿਹੜੇ ਸੰਸਾਰ ਦੇ ਵਿੱਚ ਮਾਇਆ ਰੂਪ ਹੋ ਕੇ ਵਰਤ ਰਹੇ ਨੇ। ਇਹ ਵੀ ਪੰਜਾਂ ਤੱਤਾਂ ਦੇ ਵਿੱਚ ਮਿਸ਼ਰਤ ਹਨ। ਪੰਜ ਤੱਤਾਂ ਦੀ ਇਹ ਸਾਰੀ ਸ੍ਰਿਸ਼ਟੀ ਰਚੀ ਗਈ ਹੈ, ਸਾਰੇ ਸਰੀਰ ਰਚੇ ਗਏ ਨੇ, ਸਾਰੇ ਜੀਵ ਜੰਤੂ ਰਚੇ ਗਏ ਨੇ। ਮਨੁੱਖੀ ਸਰੀਰ ਦੀ ਰਚਨਾ ਬਾਰੇ ਇਸ ਤਰ੍ਹਾਂ ਮਹਾਂਪੁਰਸ਼ ਵਿਦਵਾਨ ਦੱਸਦੇ ਹੈ ਕਿ ਪੰਜਾਂ ਤੱਤਾਂ ਦੇ ਤਮੋ ਗੁਣ ਤੋਂ ਇਹ ਬਾਹਰਲਾ ਸਰੀਰ ਬਣਿਆ। ਦੂਸਰਾ ਹਿੱਸਾ ਹੈ ਸਾਡੇ ਇਸ ਸਰੀਰ ਦਾ, ਜਿਹਨਾਂ ਨੂੰ ਅਸੀਂ ਇੰਦਰੀਆਂ ਕਹਿੰਦੇ ਹਾਂ, ਗਿਆਨ ਇੰਦਰੀਆਂ ਨੇ, ਕਰਮ ਇੰਦਰੀਆਂ ਨੇ। ਸਾਡੇ ਜਿਹੜੇ ਸਰੀਰ ਦੀਆਂ ਗਿਆਨ ਇੰਦਰੀਆਂ ਹਨ, ਇਹਨਾਂ ਗਿਆਨ ਇੰਦਰੀਆਂ ਦੀ ਰਚਨਾ ਪੰਜਾਂ ਤੱਤਾਂ ਦੇ ਰਜੋ ਗੁਣ ਤੋਂ ਪੈਦਾ ਹੋਈ ਹੈ। ਪੰਜਾਂ ਤੱਤਾਂ ਦੇ ਰਜੋ ਗੁਣ ਅੰਸ਼ ਤੋਂ ਸਾਡੇ ਸਰੀਰ ਦੀਆਂ ਇੰਦਰੀਆਂ ਦੀ ਉਤਪਤੀ ਹੋਈ ਹੈ। ਫਿਰ ਇਹਨਾਂ ਤੋਂ ਅੰਦਰ ਜਿਹੜਾ ਇਹਨਾਂ ਇੰਦਰੀਆਂ ਨੂੰ ਪ੍ਰੇਰਨਾ ਕਰਨ ਵਾਲਾ, ਚਲਾਉਣ ਵਾਲਾ ਹੈ, ਉਹ ਸਾਡਾ ਅੰਤःਕਰਨ, ਸਾਡਾ ਮਨ ਹੈ। ਅੰਤःਕਰਨ ਵਿੱਚ ਚਾਰ ਬਿਰਤੀਆਂ ਨੇ, ਮਨ, ਬੁੱਧ, ਚਿੱਤ ਤੇ ਅਹੰਕਾਰ। ਉਹ ਜਿਹਨੂੰ ਚਤੁਸ਼ਟਾ ਅੰਤःਕਰਨ ਕਹਿੰਦੇ ਹੈ, ਉਹ ਇਹਨਾਂ ਇੰਦਰੀਆਂ ਨੂੰ ਪ੍ਰੇਰਦਾ ਹੈ।
ਔਰ ਇਹਨਾਂ ਇੰਦਰੀਆਂ ਨੂੰ ਪ੍ਰੇਰ ਕੇ ਆਪਣੀ ਸਵੈ ਇੱਛਾ ਦੇ ਮੁਤਾਬਕ ਚਲਾਉਂਦਾ ਹੈ। ਉਹ ਜਿਹੜਾ ਅੰਤਸ਼ਕਰਨ ਹੈ ਨਾ, ਉਹ ਪੰਜਾਂ ਤੱਤਾਂ ਦੇ ਸਤੋ ਗੁਣ ਦੀ ਅੰਸ਼ ਤੋਂ ਪੈਦਾ ਹੋਇਆ। ਇਸੇ ਕਰਕੇ ਉੱਥੇ ਵਿਚਾਰ ਚੱਲਦੀ ਹੈ, ਉੱਥੇ ਵਿਵੇਕ ਵੀ ਹੈ, ਕਿਉਂਕਿ ਅੰਤःਕਰਨ ਪੰਜਾਂ ਤੱਤਾਂ ਦੇ ਸਤੋ ਗੁਣ ਦੀ ਅੰਸ਼ ਤੋਂ ਪੈਦਾ ਹੋਇਆ। ਤੋ ਸਤੋ ਗੁਣ ਦੀ ਅੰਸ਼ ਤੋਂ ਬਣਿਆ ਹੈ ਸਾਡਾ ਮਨ। ਫੁਰਨਿਆਂ ਕਫੁਰਨਿਆਂ ਸੰਕਲਪਾਂ ਵਿਕਲਪਾਂ ਦੇ ਸਮੂਹ ਨੂੰ ਕਹਿੰਦੇ ਆ ਮਨ। ਇਹਦੀ ਉਤਪਤੀ ਸਤੋ ਗੁਣ ਤੋਂ ਹੋਈ ਹੈ। ਪੰਜਾਂ ਤੱਤਾਂ ਦੇ ਸਾਤਵਿਕ ਅੰਸ਼ ਤੋਂ ਇਹ ਸਾਡੇ ਅੰਤਸ਼ਕਰਨ ਦੀ ਉਤਪਤੀ ਹੋਈ ਹੈ। ਉਹਨੂੰ ਮਨ ਕਹਿੰਦੇ ਆ। ਮਨ ਦਾ ਕੰਮ ਹੈ ਫੁਰਨੇ ਕਰਨਾ, ਸੰਕਲਪ ਵਿਕਲਪ ਕਰਨਾ। ਜਿਹੜੀ ਸਾਡੀ ਬੁੱਧੀ ਹੈ ਉਹ ਅੱਗੇ ਨਿਸ਼ਚਾ ਕਰਦੀ ਹੈ, ਆਹ ਕਰਨਾ ਤੇ ਆਹ ਨਹੀਂ ਕਰਨਾ। ਮਨ ਨੇ ਕੇਵਲ ਸੰਕਲਪ ਪੈਦਾ ਕਰਨਾ, ਫੁਰਨਾ ਕਫੁਰਨਾ ਪੈਦਾ ਕਰਨਾ। ਉਸ ਫੁਰਨੇ ਦਾ ਨਿਰਣਾ ਕਰਨਾ ਕਿ ਕਰਨਾ ਇਹ ਨਹੀਂ ਕਰਨਾ, ਉਹ ਕੰਮ ਹੈ ਸਾਡੀ ਬੁੱਧੀ ਦਾ। ਹੈਣ ਦੋਵੇਂ ਹੀ ਇਹ ਮਨ ਤੇ ਬੁੱਧ। ਮਨ ਵਿੱਚ ਹੰਕਾਰ ਦੀ ਬਿਰਤੀ ਕੰਮ ਕਰਦੀ ਹੈ ਤੇ ਬੁੱਧੀ ਵਿੱਚ ਚਿੱਤ ਦੀ ਬਿਰਤੀ ਕੰਮ ਕਰਦੀ ਹੈ। ਤੋ ਮਨ ਅਨੇਕ ਪ੍ਰਕਾਰ ਦੇ ਫੁਰਨੇ ਪੈਦਾ ਕਰਦਾ। ਜਦੋਂ ਇਹ ਮਨ ਮਲੀਨ ਹੁੰਦਾ ਹੈ ਤਾਂ ਮਲੀਨ ਮਨ ਦੇ ਵਿੱਚ ਮੈਲੇ ਫੁਰਨੇ ਪੈਦਾ ਹੁੰਦੇ ਹੈ। ਇਹ ਸਰੀਰ ਬਦਲਦਾ ਰਹਿੰਦਾ, ਅੰਤःਕਰਨ ਉਹੀ ਚੱਲਦਾ ਚਲਿਆ ਜਾਂਦਾ। ਆਹ ਸਰੀਰ ਦੀ ਆਯੂ ਹੈ, ਕਿੰਨੇ ਸਾਲ ਪਹਿਲਾਂ ਜਨਮਿਆ ਇਹ ਸਾਨੂੰ ਪਤਾ ਹੈ। ਇਹਦੀ ਤਿੱਥ ਦਾ ਪਤਾ ਹੈ, ਤਾਰੀਖ ਦਾ ਪਤਾ ਹੈ, ਵਾਰ ਦਾ ਪਤਾ ਹੈ। ਇਹ ਸਮਾਂ ਪਾ ਕੇ ਬਿਨਸ ਵੀ ਜਾਣਾ ਹੈ। ਪਰ ਇਹਦੇ ਅੰਦਰ ਜਿਹੜਾ ਅੰਤःਕਰਨ ਹੈ, ਅੰਤःਕਰਨ ਦੇ ਬਾਰੇ ਨਹੀਂ ਕਿਹਾ ਜਾ ਸਕਦਾ ਵੀ ਉਹ ਕਦੋਂ ਦਾ ਬਣਿਆ। ਇਸ ਸਰੀਰ ਨੂੰ ਧਾਰਨ ਕਰਨ ਤੋਂ ਪਹਿਲਾਂ ਵੀ ਅੰਤःਕਰਨ ਸੀ, ਔਰ ਇਹ ਸਰੀਰ ਬਿਨਸਣ ਤੋਂ ਬਾਅਦ ਵੀ ਅੰਤःਕਰਨ ਨੇ ਫੇਰ ਅੱਗੇ ਸਰੀਰ ਧਾਰਨ ਕਰ ਲੈਣਾ। ਔਰ ਇਹ ਸਿਲਸਿਲਾ ਉਦੋਂ ਤੱਕ ਚੱਲਦਾ ਰਹਿਣਾ ਜਦੋਂ ਤੱਕ ਇਹ ਮਨ ਉਲਟ ਕੇ ਆਪਣੇ ਨਿਜ ਸਵਰੂਪ ਨੂੰ ਜਾਣ ਨਹੀਂ ਲੈਂਦਾ ਔਰ ਬ੍ਰਹਮ ਸਵਰੂਪ ਵਿੱਚ ਵਿਲੀਨ ਨਹੀਂ ਹੋ ਜਾਂਦਾ। ਉਤਨੀ ਦੇਰ ਤੱਕ ਇਹ ਜਨਮ ਮਰਨ ਦਾ ਚੱਕਰ 84 ਦਾ ਗੇੜ ਚੱਲਦਾ ਰਹੇਗਾ। ਤੋ ਇਸ ਮਨ ਦੇ ਵਿੱਚ ਜਨਮਾਂ ਜਨਮਾਂ ਦੀ ਮੈਲ, ਮਹਾਰਾਜ ਜੀ ਨੇ ਬਚਨ ਕਹੇ ਹੈ ਨਾ, ਇਸ ਮਨ ਕੋ ਜਨਮ ਜਨਮ ਕੀ ਮਲ ਲਾਗੀ। ਇਹਦਾ ਮਤਲਬ ਇਹ ਮਨ ਇਸ ਜਨਮ ਤੋਂ ਪਹਿਲਾਂ ਵੀ ਸੀ। ਅਨੇਕਾਂ ਜਨਮਾਂ ਦੀ ਮੈਲ, ਅਨੇਕਾਂ ਜਨਮਾਂ ਦੇ ਜੂਨੀਆਂ ਦੇ ਸੰਸਕਾਰ ਉਹ ਸਾਡੇ ਇਸ ਮਨ ਦੇ ਵਿੱਚ ਚੱਲ ਕੇ ਆਉਂਦੇ ਹੈ। ਜਨਮ ਸਾਖੀ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਜਦੋਂ ਪੜ੍ਹਦੇ ਹਾਂ, ਜੱਬਲਪੁਰ ਵਿੱਚ ਜਦੋਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਗਏ ਨੇ, ਕੌਡੇ ਦਾ ਪ੍ਰਸੰਗ ਆਪ ਜੀ ਨੇ ਭਲੀ ਪ੍ਰਕਾਰ ਨਾਲ ਸੁਣਿਆ ਕਿ ਕੌਡਾ ਰਾਖਸ਼ ਜੋ ਜੱਬਲਪੁਰ ਵਿਖੇ ਰਹਿੰਦਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਨਾਲ ਉਹਦਾ ਮੇਲ ਹੋਇਆ। ਭਾਈ ਸਾਹਿਬ ਭਾਈ ਮਰਦਾਨੇ ਜੀ ਦਾ ਸਾਰਾ ਪ੍ਰਸੰਗ ਵਰਤਿਆ। ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਕੌਡੇ ਰਾਖਸ਼ ਨੂੰ ਆਪਣੇ ਦਰਸ਼ਨ ਦਿਦਾਰੇ ਦੇ ਕੇ ਕਿਰਤਾਰਥ ਕੀਤਾ ਤੇ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕਰਕੇ ਪਹਿਲਾਂ ਇੱਕ ਸ਼ੀਸ਼ਾ ਲੈ ਕੇ ਆਇਆ। ਜਨਮ ਸਾਖੀ 'ਚ ਜ਼ਿਕਰ ਆਉਂਦਾ ਵੀ ਉਹ ਸ਼ੀਸ਼ਾ ਬੜਾ ਅਲੌਕਿਕ ਸ਼ੀਸ਼ਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਨਮੁਖ ਲਿਆ ਕੇ ਰੱਖਿਆ। ਗੁਰਦੇਵ ਦਾ ਜੈਸਾ ਸੁੰਦਰ ਰੂਪ ਹੈ ਉਹੀ ਸ਼ੀਸ਼ੇ ਦੇ ਵਿੱਚ ਨਜ਼ਰ ਆ ਰਿਹਾ ਹੈ। ਕੌਡੇ ਨੇ ਪ੍ਰਣਾਮ ਕੀਤੀ, ਨਮਸਕਾਰ ਕੀਤੀ। ਗੁਰਦੇਵ ਜੀ ਪੁੱਛਦੇ ਆ ਕੌਡੇ ਰਾਖਸ਼ ਨੂੰ, ਇਹ ਸ਼ੀਸ਼ਾ ਕੈਸਾ ਹੈ? ਕਹਿਣ ਲੱਗਾ, ਜੀ ਮੈਂ ਸਰਾਪਿਆ ਹੋਇਆ ਹਾਂ ਆਪਣੇ ਉਸਤਾਦ ਦਾ। ਮੈਂ ਵਿਦਿਆ ਪੜ੍ਹੀ ਸੀ ਜਿਸ ਉਸਤਾਦ ਕੋਲੋਂ, ਅਨੇਕ ਪ੍ਰਕਾਰ ਦੇ ਸ਼ਾਸਤਰ, ਅਨੇਕ ਪ੍ਰਕਾਰ ਦੇ ਗ੍ਰੰਥ ਪੜ੍ਹੇ ਸਨ। ਉਸ ਵਿਦਿਆ ਨੂੰ ਪੜ੍ਹਨ ਤੋਂ ਬਾਅਦ ਮੇਰਾ ਹਿਰਦਾ ਮਾਨੀ ਤੇ ਹੰਕਾਰੀ ਹੋ ਗਿਆ ਸੀ ਕਿ ਮੇਰੇ ਜੈਸਾ ਕੋਈ ਵਿਦਵਾਨ ਨਹੀਂ। ਅਕਸਰ ਵਿਦਿਆ ਪੜ੍ਹਨ ਵਾਲੇ ਹੰਕਾਰੀ ਹੋ ਜਾਂਦੇ ਹੈ, ਸੁਭਾਵਕ ਹੈ। ਕੋਈ ਵਿਰਲਾ ਹੀ ਗੁਰੂ ਕਰੁਣਾ ਦਾ ਪਾਤਰ ਹੋਵੇ, ਗੁਰੂ ਕਿਰਪਾ ਦਾ ਪਾਤਰ ਹੋਵੇ, ਜਿਹੜਾ ਵਿਦਿਆ ਪੜ੍ਹਨ ਤੋਂ ਬਾਅਦ ਨਿਰਭਮਾਨੀ ਹੁੰਦਾ ਤੇ ਵਿਦਿਆ ਨੂੰ ਆਪਣੇ ਨਿਜ ਸਵਰੂਪ ਨੂੰ ਜਾਣਨ ਵਾਸਤੇ ਵਰਤਦਾ ਹੈ। ਕਹਿਣ ਲੱਗਾ, ਜੀ ਮੈਂ ਹੰਕਾਰੀ ਹੋ ਗਿਆ। ਇੱਕ ਦਿਨ ਮੇਰਾ ਉਸਤਾਦ, ਉਹ ਆਪਣੇ ਉਸਤਾਦ ਨੂੰ ਗੁਰਦੇਵ ਵੀ ਕਹਿੰਦਾ ਹੈ ਕਿ ਮੇਰਾ ਗੁਰੂ ਇੱਕ ਵਾਰੀ ਮੇਰੇ ਘਰ ਵਿੱਚ ਮੈਨੂੰ ਮਿਲਣ ਵਾਸਤੇ ਆਇਆ ਤੇ ਮੈਂ ਅੱਗੇ ਬੈਠਾ ਉੱਠ ਕੇ ਉਹਦਾ ਸਤਿਕਾਰ ਨਹੀਂ ਕੀਤਾ। ਹੰਕਾਰ ਦੇ ਵਿੱਚ ਹੀ ਬੈਠਾ ਰਿਹਾ ਕਿ ਮੈਂ ਤਾਂ ਇਹਦੇ ਨਾਲੋਂ ਵੀ ਅੱਗੇ ਨਿਕਲ ਗਿਆ, ਮੇਰੇ ਕੋਲ ਵੱਧ ਵਿੱਦਿਆ ਆ ਗਈ ਹੈ। ਕਹਿੰਦੇ ਮੇਰੇ ਵੱਲੋਂ ਇੱਦਾਂ ਦਾ ਤਿਰਸਕਾਰ ਵੇਖ ਕੇ ਕਿ ਸਮਾਜ ਦੇ ਵਿੱਚ ਇੱਕ ਪ੍ਰਕਾਰ ਦੀ ਸਹੀ ਸੱਭਿਅਤਾ ਜਿਹੜੀ ਉਹ ਚੱਲਦੀ ਰਹੇ,
ਉਸਤਾਦ ਤੇ ਸ਼ਾਗਿਰਦ ਦਾ ਸਤਿਕਾਰ ਜਿਹੜਾ ਹੈ ਇੱਕ ਦੂਜੇ ਪ੍ਰਤੀ ਬਣਿਆ ਰਹੇ। ਉਹਨੇ ਮੈਨੂੰ ਸਰਾਪ ਦਿੱਤਾ ਕਿ ਜਾ ਤੂੰ ਰਾਖਸ਼ ਹੋ ਜਾ, ਤੂੰ ਐਸੀ ਬ੍ਰਹਮ ਵਿਦਿਆ ਨੂੰ ਪੜ੍ਹ ਕੇ ਵੀ ਰਾਖਸ਼ਾਂ ਵਾਲੀ ਬਿਰਤੀ ਰੱਖੀ ਹੈ, ਹੰਕਾਰੀਆਂ ਵਾਲੀ। ਕਹਿੰਦੇ ਮੈਂ ਆਪਣੇ ਗੁਰਦੇਵ ਦੇ ਚਰਨ ਫੜੇ ਤੇ ਬੇਨਤੀ ਕੀਤੀ ਕਿ ਮੇਰੀ ਇਸ ਸਰਾਪ ਤੋਂ ਮੁਕਤੀ ਕਿਵੇਂ ਹੋਵੇਗੀ। ਤਾਂ ਉਹਨੇ ਆਖਿਆ ਕਲੀ ਕਾਲ ਦੇ ਅਵਤਾਰ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਤੈਨੂੰ ਦਰਸ਼ਨ ਦੇਣਗੇ, ਉਹ ਤੇਰੇ ਤੇ ਕਿਰਪਾ ਕਰਕੇ ਤੇਰੀ ਬੰਦ ਖਲਾਸੀ ਕਰਨਗੇ। ਮੈਂ ਬੇਨਤੀ ਕੀਤੀ ਕਿ ਮੈਂ ਪਛਾਣਾਂਗਾ ਕਿਵੇਂ ਉਹਨਾਂ ਨੂੰ। ਕਹਿੰਦੇ ਮੇਰੇ ਗੁਰੂ ਨੇ ਆਹ ਸ਼ੀਸ਼ਾ ਮੈਨੂੰ ਦਿੱਤਾ ਸੀ ਕਿ ਜਦੋਂ ਉਹ ਚੱਲ ਕੇ ਆਉਣਗੇ ਇਸ ਸ਼ੀਸ਼ੇ ਵਿੱਚ ਉਹਨਾਂ ਦਾ ਮੁਖ ਤੈਨੂੰ ਨਜ਼ਰ ਆਵੇਗਾ ਔਰ ਉਹਨਾਂ ਦੇ ਦਰਸ਼ਨ ਕਰਕੇ ਤੇਰਾ ਪਾਰ ਉਤਾਰਾ ਹੋਵੇਗਾ। ਕਹਿੰਦਾ ਜਦੋਂ ਵੀ ਕੋਈ ਵਿਅਕਤੀ ਮੇਰੇ ਕੋਲ ਆਉਂਦਾ ਹੈ ਮੈਂ ਇਹ ਸ਼ੀਸ਼ਾ ਉਹਦੇ ਸਾਹਮਣੇ ਕਰਦਾ ਹਾਂ। ਇਸ ਸ਼ੀਸ਼ੇ ਦੇ ਵਿੱਚ ਉਸ ਮਨੁੱਖ ਦੀ ਸ਼ਕਲ ਨਜ਼ਰ ਨਹੀਂ ਆਉਂਦੀ। ਕਦੇ ਉਹ ਕੂਕਰ ਦੇ ਰੂਪ ਦੇ ਵਿੱਚ ਨਜ਼ਰ ਆਉਂਦਾ, ਕਦੇ ਸੂਕਰ ਦੇ ਰੂਪ ਵਿੱਚ ਨਜ਼ਰ ਆਉਂਦਾ, ਕਦੇ ਗਰਦਭ ਦੇ ਰੂਪ ਵਿੱਚ ਨਜ਼ਰ ਆਉਂਦਾ ਹੈ। ਪਸ਼ੂਆਂ ਵਰਗਾ ਚਿਹਰਾ ਉਹਦਾ ਜਿਹੜਾ ਸ਼ੀਸ਼ੇ ਵਿੱਚ ਨਜ਼ਰ ਆਉਂਦਾ, ਉਹਦਾ ਅਸਲ ਸਰੂਪ ਜਿਹੜਾ ਬਾਹਰਲਾ ਨਜ਼ਰ ਨਹੀਂ ਆਉਂਦਾ। ਪਰ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਸਨਮੁਖ ਜਦੋਂ ਮੈਂ ਇਹ ਸ਼ੀਸ਼ਾ ਕੀਤਾ ਹੈ ਤਾਂ ਇਸ ਸ਼ੀਸ਼ੇ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਸੁੰਦਰ ਸਰੂਪ ਮੈਨੂੰ ਨਜ਼ਰ ਆਇਆ ਹੈ। ਇਹਦੇ ਵਿੱਚ ਜਨਮ ਸਾਖੀ ਦਾ ਸੰਕੇਤ ਹੈ ਕਿ ਅਸਲ ਵਿੱਚ ਉਹ ਸ਼ੀਸ਼ਾ ਵਿਚਾਰ ਦਾ ਸ਼ੀਸ਼ਾ ਹੈ। ਮਨੁੱਖ ਅਸੀਂ ਬਾਹਰੋਂ ਨਜ਼ਰ ਆ ਰਹੇ ਹਾਂ, ਮਨੁੱਖੀ ਸਾਡੀ ਕਿਰਿਆ ਸਰੀਰ ਦੀ ਨਜ਼ਰ ਆਉਂਦੀ ਹੈ, ਪਰ ਜਿਹੜੀਆਂ ਕਰਤੂਤਾਂ ਨੇ, ਜਿਵੇਂ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਦਾ ਫਰਮਾਨ ਹੈ ਕਰਤੂਤ ਪਸ਼ੂ ਕੀ ਮਾਨਸ ਜਾਤ, ਕਿ ਸਰੀਰ ਜਿਹੜਾ ਹੈ ਉਹ ਮਨੁੱਖਾਂ ਵਾਲਾ ਨਜ਼ਰ ਆਉਂਦਾ ਹੈ ਪਰ ਕਰਤੂਤਾਂ ਪਸ਼ੂਆਂ ਤੇ ਜਾਨਵਰਾਂ ਵਾਲੀਆਂ ਨੇ। ਇਹ ਸ਼ੀਸ਼ੇ ਦੇ ਵਿੱਚ ਉਹਨਾਂ ਦਾ ਜਿਹੜਾ ਅਸਲੀ ਕਿਰਦਾਰ ਹੈ ਮਨੁੱਖ ਦੇ ਅੰਦਰ ਛੁਪਿਆ ਹੋਇਆ, ਉਹਦਾ ਕਿਰਦਾਰ ਸਾਹਮਣੇ ਹੋ ਕੇ ਨਜ਼ਰ ਆ ਜਾਂਦਾ, ਜਿਹੋ ਜੀ ਪਸ਼ੂ ਬਿਰਤੀ ਉਹਦੇ 'ਚ ਕੰਮ ਕਰਦੀ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜੈਸਾ ਸਰੂਪ ਬਾਹਰੋਂ ਹੈ ਤੈਸੇ ਹੀ ਅੰਦਰੋਂ ਹਨ, ਨਿਰਮਲ ਸਰੂਪ ਹਨ। ਇਸ ਕਰਕੇ ਇਹਨਾਂ ਦਾ ਸਰੂਪ ਉਸੇ ਤਰ੍ਹਾਂ ਸ਼ੀਸ਼ੇ ਵਿੱਚ ਨਜ਼ਰੀ ਆ ਰਿਹਾ ਹੈ। ਇਹਦਾ ਸੰਕੇਤ ਹੈ ਗੁਰੂ ਖਾਲਸਾ ਜੀ ਕਿ ਸਾਡੇ ਅੰਦਰ ਜਿਹੜੇ ਸੰਸਕਾਰ ਨੇ ਮਨ ਵਿੱਚ, ਉਹ ਜਨਮਾਂ ਜਨਮਾਂ ਦੇ ਛੁਪੇ ਹੋਏ ਨੇ, ਉਹ ਪਸ਼ੂ ਬਿਰਤੀਆਂ ਦੇ ਵੀ ਨੇ। ਬਹੁਤ ਸਾਰੇ ਸੰਸਕਾਰ ਮਨੁੱਖ ਦੇ ਵਿੱਚ ਇਤਨੇ ਪ੍ਰਬਲ ਹੋ ਗਏ ਨੇ ਜੋ ਮਨੁੱਖ ਦੇ ਨਹੀਂ ਹਨ, ਇੱਕ ਵਿਅਕਤੀ ਵਿਸ਼ੇਸ਼ ਦੇ ਨਹੀਂ ਹਨ। ਉਹ ਜਨਮਾਂ ਦੇ ਸੰਸਕਾਰ ਨੇ ਜਿਹੜੇ ਪਸ਼ੂ ਬਿਰਤੀਆਂ ਦੇ ਅੰਦਰ ਚਲਦੇ ਚਲੇ ਆ ਰਹੇ ਹਨ। ਤੋ ਗਰੀਬਨ ਬਾਗ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਫਰਮਾਉਂਦੇ ਐਸਾ ਜਿਹੜਾ ਮਨ ਹੈ ਜਿਹਦੇ 'ਚ ਅਨੇਕ ਪ੍ਰਕਾਰ ਦੇ ਮਲੀਨ ਭਾਵ ਪੈਦਾ ਹੁੰਦੇ ਆ, ਮਾੜੇ ਫੁਰਨੇ ਕਫੁਰਨੇ ਸੰਕਲਪ ਵਿਕਲਪ ਪੈਦਾ ਹੁੰਦੇ ਹੈ, ਉਹਨਾਂ ਸੰਕਲਪਾਂ ਵਿਕਲਪਾਂ ਦੇ ਵਹਿਣ ਵਿੱਚ ਜਿਹੜਾ ਵਹਿ ਟੁਰੇ ਉਹਨੂੰ ਕਹਿੰਦੇ ਆ ਮਨ ਮੁਖ। ਜਿਹੜਾ ਮਨ 'ਚ ਉੱਠਣ ਵਾਲੇ ਫੁਰਨੇ ਭੈੜੇ ਫੁਰਨੇ ਸੰਕਲਪ ਵਿਕਲਪਾਂ ਦੇ ਵਹਿਣ ਵਿੱਚ ਉਹਨਾਂ ਦੇ ਨਾਲ ਹੀ ਵਹਿ ਟੁਰੇ, ਉਹਦਾ ਦ੍ਰਿਸ਼ਟਾ ਨਾ ਬਣੇ। ਮਹਾਂਪੁਰਸ਼ ਸਾਧਕ ਇੱਦਾਂ ਦੱਸਦੇ ਹੈ ਕਿ ਮਨ 'ਚ ਫੁਰਨੇ ਕਫੁਰਨੇ ਪੈਦਾ ਹੋਣ, ਉਸ ਮਨ ਦੇ ਫੁਰਨਿਆਂ ਕਫੁਰਨਿਆਂ ਨੂੰ ਵੇਖੋ, ਵੱਖਰੇ ਹੋ ਕੇ ਨਿਰਾਲੇ ਹੋ ਕੇ ਦ੍ਰਿਸ਼ਟਾ ਬਣ ਕੇ ਵੇਖੋ ਕਿ ਇਸ ਮਨ 'ਚ ਕਿਹੋ ਜਿਹੇ ਫੁਰਨੇ ਕਫੁਰਨੇ ਪੈਦਾ ਹੋ ਰਹੇ ਹੈ। ਉਹਨਾਂ ਫੁਰਨਿਆਂ ਕਫੁਰਨਿਆਂ ਦੇ ਵਹਿਣ ਵਿੱਚ ਵਹਿੰਦਿਆਂ ਵਹਿੰਦਿਆਂ ਤੁਹਾਨੂੰ ਇਹ ਭੁੱਲ ਨਹੀਂ ਜਾਣਾ ਚਾਹੀਦਾ ਕਿ ਮਨ ਤੁਸੀਂ ਨਹੀਂ ਹੋ, ਇਹ ਮਨ ਤੁਹਾਡਾ ਹੈ। ਤੁਸੀਂ ਇਸ ਮਨ ਨੂੰ ਵੇਖਣ ਵਾਲੇ, ਇਸ ਮਨ ਤੋਂ ਨਿਆਰੇ ਹੋ, ਇਸ ਮਨ ਨੂੰ ਪ੍ਰੇਰਨਾ ਕਰਨ ਵਾਲੇ ਹੋ। ਇਸ ਕਰਕੇ ਮਨ ਦੇ ਵਹਿਣ ਵਿੱਚ ਜਿਹੜਾ ਵਹਿ ਟੁਰੇ ਉਹਨੂੰ ਕਹਿੰਦੇ ਆ ਮਨਮੁਖ। ਮਨਮੁਖ ਦੀ ਜਿਹੜੀ ਮੱਤ ਹੈ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਆ ਉਹ ਚੰਚਲ ਮੱਤ ਹੈ, ਉਹਦੀ ਮੱਤ ਇੱਕ ਨਹੀਂ ਹੈ। ਖਾਲਸਾ ਜੀ 10 ਮਹਾਤਮਾ ਬੈਠੇ ਹੋਣ, 100 ਮਹਾਤਮਾ ਬੈਠੇ ਹੋਣ, ਜਿਹੜੇ ਅਸਲ ਵਿੱਚ ਸੰਤ ਬਿਰਤੀ ਦੇ ਧਾਰਨੀ ਹੋਣ, ਉਹ 100 ਮਹਾਤਮਾ ਦੇ ਅੰਦਰ ਇੱਕ ਮੱਤ ਕੰਮ ਕਰਦੀ ਹੈ। 100 ਮਹਾਤਮਾ 100 ਸੰਤ ਬੈਠੇ ਹੋਣ, ਉਹਨਾਂ 100 ਸੰਤਾਂ ਦੇ ਵਿੱਚ ਇੱਕ ਮੱਤ ਕੰਮ ਕਰੇਗੀ, ਪਰ ਜਿਹੜਾ ਮਨਮੁਖ ਹੈ ਉਹਦੇ ਇੱਕੋ ਹੀ ਬੈਠਾ ਹੋਵੇ ਤੇ ਇੱਕੋ ਮਨਮੁਖ ਦੇ ਅੰਦਰ ਅਨੇਕਾਂ ਮੱਤਾਂ ਪੈਦਾ ਹੁੰਦੀਆਂ ਨੇ। ਮਨਮੁਖ ਦੇ ਅੰਦਰ ਅਨੇਕਾਂ ਹੀ ਮੱਤਾਂ ਨੇ, ਔਰ ਜੇ ਕਿਤੇ 100 ਮਹਾਤਮਾ ਇਕੱਠੇ ਹੋ ਕੇ ਬੈਠਣ, ਉਹਨਾਂ ਸਾਰਿਆਂ ਦਾ ਇੱਕ ਮੱਤ ਹੁੰਦਾ ਤੇ ਮਨਮੁਖ ਦੇ ਹਿਰਦੇ ਵਿੱਚ, ਮਨਮੁਖ ਦੇ ਘਟ ਵਿੱਚ ਅਨੇਕਾਂ ਪ੍ਰਕਾਰ ਦੀਆਂ ਮੱਤਾਂ ਪੈਦਾ ਹੁੰਦੀਆਂ। ਸਵੇਰੇ ਉੱਠਦਾ ਮੱਤ ਹੋਰ ਹੁੰਦਾ, ਘੰਟੇ 2 ਘੰਟੇ ਬਾਅਦ ਮੱਤ ਹੋਰ ਹੋ ਜਾਂਦਾ ਹੈ। ਸਾਰਾ ਦਿਨ ਇਹਦੀ ਮੱਤ ਚੰਚਲਤਾਈ ਨੂੰ ਧਾਰਨ ਕਰਕੇ ਅਨੇਕ ਪ੍ਰਕਾਰ ਦੇ ਫੁਰਨੇ ਕਫੁਰਨੇ ਕਰਦੀ ਰਹਿੰਦੀ ਹੈ।
ਤੋ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਫਰਮਾਉਂਦੇ ਆ, ਮਨਮੁਖ ਚੰਚਲ ਮਤ ਹੈ। ਮਨਮੁਖ ਦੀ ਜਿਹੜੀ ਮਤ ਹੈ ਉਹ ਚੰਚਲ ਹੈ, ਚੰਚਲਤਾਈ ਦੇ ਵਸ ਹੋ ਕੇ ਅਨੇਕਾਂ ਪ੍ਰਕਾਰ ਦੀ ਚੰਚਲਤਾਈ ਨੂੰ ਧਾਰਨ ਕਰਦੀ ਹੈ। ਉਹਦੇ ਬਾਬਤ ਗੁਰਦੇਵ ਦਾ ਫਰਮਾਨ ਹੈ, ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ। ਧੰਨ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਫਰਮਾਉਂਦੇ ਆਨੰਦ ਬਾਣੀ ਵਿੱਚ, ਹੇ ਮੇਰਿਆ ਮਨਾ, ਚੰਚਲਤਾਈ ਨੂੰ ਤੇ ਚਤੁਰਾਈ ਨੂੰ ਧਾਰਨ ਕਰਕੇ ਕਿਸੇ ਨੇ ਆਪਣੇ ਆਤਮ ਸਰੂਪ ਦੀ ਪ੍ਰਾਪਤੀ ਨਹੀਂ ਕੀਤੀ। ਗੁਰੂ ਚਰਨਾਂ ਵਿੱਚ ਆਪਣਾ ਆਪ ਸਮਰਪਣ ਕਰ, ਗੁਰੂ ਚਰਨਾਂ ਵਿੱਚ ਆਪਣਾ ਆਪ ਭੇਟ ਕਰ। ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਕਿਰਪਾ ਵਰਤੇਗੀ ਤਾਂ ਤੇਰੇ ਹਿਰਦੇ ਵਿੱਚ ਤੇਰੀ ਆਤਮਾ ਦਾ ਸਾਖਸ਼ਾਤਕਾਰ ਹੋਵੇਗਾ, ਆਪਣੀ ਚਤੁਰਾਈ ਤੇ ਚੰਚਲਤਾਈ ਨਾਲ ਨਹੀਂ। ਗਰੀਬ ਨਵਾਜ ਸਾਹਿਬ ਫਰਮਾਉਂਦੇ ਹੈ ਕਿ ਉਹਦੇ ਅੰਦਰ ਅਨੇਕ ਪ੍ਰਕਾਰ ਦੀ ਚੰਚਲਤਾਈ ਹੈ, ਔਰ ਚੰਚਲਤਾਈ ਦੇ ਨਾਲ ਬਹੁਤ ਚਤੁਰਾਈ, ਅਨੇਕਾਂ ਪ੍ਰਕਾਰ ਦੀਆਂ ਚਤੁਰਾਈਆਂ, ਅਨੇਕਾਂ ਪ੍ਰਕਾਰ ਦੀਆਂ ਚਲਾਕੀਆਂ ਮਨਮੁਖ ਆਪਣੇ ਹਿਰਦੇ ਵਿੱਚ ਉਤਪੰਨ ਕਰਕੇ ਲੋਕਾਂ ਦੇ ਪ੍ਰਤੀ ਪ੍ਰਗਟ ਕਰਦਾ ਹੈ। ਸੋਚਦਾ ਹੈ ਕਿ ਮੈਂ ਆਪਣੀ ਚਤੁਰਾਈ ਤੇ ਚਲਾਕੀ ਨਾਲ ਕਿਸੇ ਨੂੰ ਠੱਗ ਰਿਹਾ, ਮੈਂ ਆਪਣੀ ਚਤੁਰਾਈ ਤੇ ਚਲਾਕੀ ਨਾਲ ਕਿਸੇ ਨੂੰ ਮੂਰਖ ਬਣਾ ਰਿਹਾ। ਇਹ ਮਨੁੱਖ ਦੀ, ਉਸ ਜੀਵ ਦੀ ਸਭ ਤੋਂ ਵੱਡੀ ਭਰਮ ਦੀ ਦਸ਼ਾ ਹੈ ਕਿ ਦੂਸਰੇ ਨੂੰ ਠੱਗਣ ਵੇਲੇ ਚਤੁਰਾਈ ਬਿਰਤੀ ਧਾਰਨ ਕਰਕੇ ਸੋਚਦਾ ਕਿ ਸ਼ਾਇਦ ਕਿਸੇ ਨੂੰ ਠੱਗ ਰਿਹਾ। ਇਹ ਉਹਦਾ ਭੁਲੇਖਾ ਹੈ। ਦਰਅਸਲ ਉਹ ਆਪਣਾ ਆਪ ਠਗਾ ਰਿਹਾ ਹੈ, ਉਹ ਆਪਣਾ ਸਭ ਕੁਝ ਗਵਾ ਰਿਹਾ, ਸਭ ਕੁਝ ਨਸ਼ਟ ਭ੍ਰਸ਼ਟ ਕਰ ਰਿਹਾ ਹੈ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਮਨਮੁਖ ਦੀ ਇਹ ਬਿਰਤੀ ਹੈ, ਉਹਦੇ ਅੰਦਰ ਬਹੁਤ ਪ੍ਰਕਾਰ ਦੀ ਚਤੁਰਾਈ ਤੇ ਚੰਚਲਤਾਈ ਦੀ ਬਿਰਤੀ ਕੰਮ ਕਰਦੀ ਹੈ। ਕੀਤਾ ਕਰਤਿਆ ਬਿਰਥਾ ਗਿਆ, ਇਕ ਤਿਲ ਥਾਏ ਨਾ ਪਾਈ। ਅਨੇਕਾਂ ਪ੍ਰਕਾਰ ਦੀਆਂ ਚਲਾਕੀਆਂ ਤੇ ਚਤੁਰਾਈਆਂ ਦੇ ਵਸੀਕਾਰ ਹੋ ਕੇ ਮਨਮੁਖ ਚਾਹੇ ਕਿਤਨੇ ਹੀ ਪ੍ਰਕਾਰ ਦੇ ਪੁੰਨਦਾਨ ਦੇ ਕਰਮ ਕਰ ਲਵੇ, ਪਰ ਜੇ ਉਹਦੇ ਅੰਦਰ ਚਲਾਕੀ ਹੈ, ਜੇ ਉਹਦੇ ਅੰਦਰ ਚਤੁਰਾਈ ਦੀ ਬਿਰਤੀ ਹੈ, ਤੇ ਉਹਦਾ ਜਿਤਨਾ ਵੀ ਕੀਤਾ ਹੋਇਆ, ਜਿਤਨਾ ਵੀ ਉਹ ਅੱਗੇ ਕਰ ਰਿਹਾ ਜਾਂ ਕਰਾ ਰਿਹਾ, ਉਹ ਸਭ ਕੁਝ ਵਿਅਰਥ ਹੈ ਤੇ ਪ੍ਰਮਾਤਮਾ ਦੀ ਦਰਗਾਹ ਵਿੱਚ ਪ੍ਰਮਾਣ ਨਹੀਂ ਹੈ। ਚਤੁਰਾਈ ਵਸ ਹੋ ਕੇ, ਚੰਚਲਤਾਈ ਵਸ ਹੋ ਕੇ, ਚਲਾਕੀ ਕਰਕੇ, ਲੋਕਾਂ ਨੂੰ ਵਿਖਾਵਾ ਕਰਕੇ ਵਿਖਾਉਂਦਿਆਂ ਹੋਇਆਂ ਅਨੇਕ ਪ੍ਰਕਾਰ ਦੇ ਪੁੰਨਦਾਨ ਕਰੇ। ਸਮਾਜ ਜਿਹਦੇ ਵਿੱਚ ਅਸੀਂ ਵਿਚਰਦੇ ਹਾਂ, ਇਹਦੇ 'ਚ ਵਿਖਾਵੇ ਦੀ ਬਿਰਤੀ ਅਧਿਕ ਹੈ, ਛੁਪਾ ਕੇ ਰੱਖਣ ਦੀ ਬਿਰਤੀ ਵਿਰਲਿਆਂ ਕੋਲ ਹੈ। ਕੇਵਲ ਵਿਖਾਵਾ ਕਰਨ ਦੀ ਬਿਰਤੀ ਅਧਿਕ ਤੋਂ ਅਧਿਕ ਸੰਸਾਰ ਦੇ ਵਿੱਚ ਪ੍ਰਬਲ ਹੁੰਦੀ ਹੈ ਕਿ ਕਿਵੇਂ ਮੈਂ ਆਪਣੇ ਕੀਤੇ ਹੋਏ ਚੰਗੇ ਕੰਮਾਂ ਨੂੰ ਸੰਸਾਰ ਦੇ ਵਿੱਚ ਜ਼ਾਹਰ ਕਰਾਂ। ਕਦੇ ਖਿੜੇ ਹੋਏ ਫੁੱਲ ਨੂੰ ਦੱਸਣਾ ਨਹੀਂ ਪੈਂਦਾ ਮੈਂ ਖਿੜਿਆ ਹੋਇਆ, ਉਹਦੇ ਖਿੜਾਓ ਨੂੰ ਵੇਖ ਕੇ ਆਪ ਹੀ ਲੋਕ ਵੇਖ ਲੈਂਦੇ ਆ, ਉਹਦੀ ਸੁਗੰਧੀ ਤੋਂ ਨਿਰਣਾ ਕਰ ਲੈਂਦੇ ਆ। ਜਿਨ੍ਹਾਂ ਨੂੰ ਵਿਖਾਵਾ ਕਰਕੇ ਦੱਸਣਾ ਪਵੇ, ਦਰਅਸਲ ਉਹ ਖਿੜੇ ਹੋਏ ਹੈ ਨਹੀਂ, ਉਹ ਮੁਰਝਾਏ ਹੋਏ ਨੇ ਤੇ ਦਾਅਵਾ ਇਹ ਕਰ ਰਹੇ ਨੇ ਅਸੀਂ ਖੇੜੇ ਵਿੱਚ ਹਾਂ। ਵਿਖਾਵਾ ਕਰਕੇ ਸੰਸਾਰ ਦੇ ਵਿੱਚ ਆਪਣੇ ਆਪ ਨੂੰ ਧਰਮੀ ਹੋਣ ਦਾ ਪਖੰਡ ਕਰਨਾ, ਜਾਂ ਪੁੰਨੀ ਹੋਣ ਦਾ ਪਖੰਡ ਕਰਨਾ, ਜਾਂ ਦਾਨੀ ਹੋਣ ਦਾ ਪਖੰਡ ਕਰਨਾ, ਐਸਾ ਪਖੰਡ ਸਤਿਗੁਰਾਂ ਦੇ ਦਰ ਤੇ ਪ੍ਰਵਾਨ ਨਹੀਂ ਹੈ। ਮੈਂ ਅਕਸਰ ਸੰਗਤ 'ਚ ਬੇਨਤੀ ਕਰਦਾ, ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਦੋ ਚੀਜ਼ਾਂ ਦਾ ਖੰਡਨ ਪੁਰਜੋਰ ਸ਼ਬਦਾਂ ਵਿੱਚ ਗੁਰਦੇਵ ਨੇ ਕੀਤਾ। ਉਹ ਹੈ ਪਖੰਡ ਤੇ ਦੂਸਰਾ ਹੈ ਜ਼ੁਲਮ। ਇਹਨਾਂ ਦੋਵਾਂ ਦਾ ਖੰਡਨ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਸਭ ਤੋਂ ਵੱਧ ਅਧਿਕ ਤਰੀਕੇ ਨਾਲ ਕੀਤਾ, ਪੁਰਜੋਰ ਸ਼ਬਦਾਂ ਵਿੱਚ ਕੀਤਾ। ਜਿੱਥੇ ਜਿੱਥੇ ਪਖੰਡ ਹੁੰਦਾ ਹੈ ਉੱਥੇ ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਜਾ ਕੇ ਉਸ ਪਖੰਡ ਦੇ ਖਿਲਾਫ ਬੋਲਦੇ ਹੈ। ਉਹ ਪਖੰਡ ਜੇ ਕੁਰੂਕਸ਼ੇਤਰ ਸੂਰਜ ਗ੍ਰਹਿਣ ਦੇ ਮੇਲੇ ਤੇ ਹੋ ਰਿਹਾ ਹੈ ਤਾਂ ਜਾ ਕੇ ਉਹਨਾਂ ਪੰਡਿਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਸੰਬੋਧਨ ਕਰਦੇ ਹੈ। ਉਹ ਪਖੰਡ ਚਾਹੇ ਸਹੋ ਸੁਹਾਗਣ ਦੇ ਡੇਰੇ ਤੇ ਹੋ ਰਿਹਾ ਸੀ ਤੇ ਪਾਤਸ਼ਾਹ ਉੱਥੇ ਜਾ ਕੇ ਵੀ ਕਹਿੰਦੇ ਆ ਨਾ ਸਹੁ ਹੈ ਤੇ ਨਾ ਸੁਹਾਗਣ ਹੈ। ਤੇ ਜੇ ਜ਼ੁਲਮ ਹੁੰਦਾ ਹੈ ਤਾਂ ਉਸ ਜ਼ੁਲਮ ਦੇ ਖਿਲਾਫ ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਆਪਣੀ ਆਵਾਜ਼ ਬੁਲੰਦ ਕਰਦੇ ਆ, ਕਹਿੰਦੇ ਆ ਬਾਬਰ ਤੂੰ ਬਾਬਰ ਨਹੀਂ ਜਾਬਰ ਹੈ। ਤੋ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਨੇ ਪਖੰਡ ਦਾ ਖੰਡਨ ਕੀਤਾ। ਜਿੱਥੇ ਜਿੱਥੇ ਵਿਖਾਵਾ ਹੈ ਉਹਨੂੰ ਪਖੰਡ ਕਹਿੰਦੇ ਆ। ਕਿਸੇ ਵੀ ਕਰਮ ਨੂੰ ਕਰਦਿਆਂ ਵਿਖਾਵਾ ਆ ਜਾਏ ਉਹ ਪਖੰਡ ਦਾ ਰੂਪ ਧਾਰ ਜਾਂਦਾ ਹੈ। ਤੋ ਗਰੀਬ ਨਵਾਜ ਸਾਹਿਬ ਕਹਿੰਦੇ ਚਤੁਰਾਈਆਂ ਵਸ ਹੋ ਕੇ, ਚੰਚਲਤਾਈ ਦੇ ਨਾਲ, ਚਲਾਕੀਆਂ ਕਰਕੇ ਲੋਕਾਂ ਨੂੰ ਵਿਖਾਵਾ ਕਰਦਿਆਂ ਜੋ ਵੀ ਇਹ ਕਰਦਾ ਹੈ ਜਾਂ ਜੋ ਵੀ ਇਹਦਾ ਕੀਤਾ ਹੋਇਆ ਸਭ ਵਿਅਰਥ ਚਲਾ ਗਿਆ, ਬਿਰਥਾ ਗਿਆ।
ਇੱਕ ਤਿਲ ਥਾਏ ਨਾ ਪਾਈ। ਮਹਾਰਾਜ ਜੀ ਕਹਿੰਦੇ ਇੱਕ ਤਿਲ ਜਿੰਨੀ ਵੀ ਘਾਲੀ ਹੋਈ ਇਹਦੀ ਘਾਲਣਾ, ਇਹਦੇ ਕੀਤੇ ਹੋਏ ਯਤਨ, ਇਹਦੇ ਕੀਤੇ ਹੋਏ ਜਿਤਨੇ ਉਪਾਸ ਹਨ, ਉਹ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਆਪਣੀ ਦਰਗਾਹ 'ਚ ਕਬੂਲ ਨਹੀਂ ਕੀਤੇ। ਵਾਹਿਗੁਰੂ ਨੇ ਆਪਣੇ ਘਰ ਦੇ ਵਿੱਚ ਪ੍ਰਵਾਨ ਨਹੀਂ ਕੀਤੇ। ਪੁੰਨ ਦਾਨ ਜੋ ਬੀਜ ਦੇ, ਸਭ ਧਰਮ ਰਾਏ ਕਹਿ ਜਾਈ। ਵਿਖਾਵਾ ਕਰਕੇ ਸਕਾਮ ਕਰਮ ਕਰਦਿਆਂ ਹੋਇਆਂ, ਕਾਮਨਾ, ਮਹਾਂਪੁਰਸ਼ ਕਹਿੰਦੇ ਭਾਈ ਕਰਮ ਕੋਈ ਵੀ ਕਰੋ ਕਾਮਨਾ ਰਹਿਤ ਹੋ ਕੇ ਕਰੋ। ਸੇਵਾ ਕਰਤ ਹੋਏ ਨਿਹਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਕਾਮਨਾ ਰਹਿਤ ਹੋ ਕੇ ਨਿਸ਼ਕਾਮ ਹੋ ਕੇ ਕਰਮ ਕਰਨ ਦਾ ਹੁਕਮ ਹੈ। ਨਿਸ਼ਕਾਮ ਕਰਮ ਕਰਨੇ ਨਾਲ ਅੰਤःਕਰਨ ਦੀ ਸ਼ੁੱਧੀ ਹੁੰਦੀ ਹੈ। ਜਿਹੜਾ ਸਾਡਾ ਮਨ ਮਲੀਨ ਹੈ ਨਾ, ਇਹਦੀ ਸ਼ੁੱਧੀ, ਇਹਦੀ ਪਵਿੱਤਰਤਾ, ਇਹਦੀ ਨਿਰਮਲਤਾ ਹੀ ਨਿਸ਼ਕਾਮ ਕਰਮਾਂ ਨਾਲ ਹੋਣੀ ਹੈ। ਕਾਮਨਾ ਸਹਿਤ ਕੀਤੇ ਗਏ ਕਰਮ ਅੰਤःਕਰਨ ਨੂੰ ਹੋਰ ਜ਼ਿਆਦਾ ਮਲੀਨ ਕਰਦੇ ਹੈ। ਤੋ ਜਦੋਂ ਕਾਮਨਾ ਸਹਿਤ ਕੋਈ ਕਰਮ ਕਰਦਾ, ਪੁੰਨ ਕਰੇ, ਚਾਹੇ ਉਹ ਦਾਨ ਕਰੇ, ਮਹਾਰਾਜ ਜੀ ਕਹਿੰਦੇ ਐਸੇ ਪੁੰਨ ਦਾਨ ਬੀਜਣ ਵਾਲਿਆਂ ਨੂੰ ਧਰਮ ਰਾਜੇ ਦੇ ਪਾਸ ਜਾਣਾ ਪੈਂਦਾ ਲੇਖਾ ਜੋਖਾ ਦੇਣ ਵਾਸਤੇ, ਜਦੋਂ ਕਾਮਨਾ ਸਹਿਤ ਕੀਤੇ ਹੈ। ਕਾਮਨਾ ਸਹਿਤ ਕੀਤੇ ਕਰਮਾਂ ਦਾ ਲੇਖਾ ਜੋਖਾ ਧਰਮ ਰਾਜੇ ਦੇ ਪਾਸ ਦੇਣਾ ਹੀ ਪਵੇਗਾ, ਇਹ ਸੁਭਾਵਕ ਹੈ। ਇਸ ਕਰਕੇ ਨਿਸ਼ਕਾਮ ਕਰਮ ਕਰਨੇ ਹੈ। ਗੁਰਸਿੱਖ ਨਿਤਨੇਮ ਕਰੇ, ਬਾਣੀ ਪੜ੍ਹੇ, ਭਜਨ ਕਰੇ, ਨਾਲ ਕਾਮਨਾ ਤੋਂ ਵਿਹੂਣਾ ਹੋ ਕੇ ਕਰੇ ਤਾਂ ਉਹਦਾ ਅਦਕ ਲਾਭ ਪ੍ਰਾਪਤ ਹੁੰਦਾ ਹੈ। ਪਰ ਲਾਭ ਦੀ ਕਾਂਖਾ ਨਾ ਕਰੇ ਕਿ ਮੈਨੂੰ ਇਹਦਾ ਫਲ ਮਿਲੇ, ਮੈਂ ਇੰਨੇ ਜਪਜੀ ਸਾਹਿਬ ਦੇ ਪਾਠ ਕਰ ਲਏ ਹੈ, ਇਹਨੇ ਸੁਖਮਣੀ ਸਾਹਿਬ ਪੜ੍ਹ ਲਏ ਹੈ ਤੇ ਮੈਨੂੰ ਇਹਦਾ ਹੁਣ ਇੰਨਾ ਫਲ ਪ੍ਰਾਪਤ ਹੋਵੇ। ਕਾਮਨਾ ਗੁਰਸਿੱਖ ਨਾ ਕਰੇ। ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਕੋਈ ਵੀ ਕਰਮ ਕਰੇ, ਸਮਰਪਿਤ ਕਰ ਦੇਵੇ, ਸਾਹਿਬ ਮੇਰੇ ਪਾਸੋਂ ਨਾ ਕੋਈ ਕਰਮ ਹੋ ਸਕਦਾ, ਨਾ ਹੀ ਮੈਂ ਕਰ ਸਕਦਾ ਹਾਂ, ਨਾ ਹੀ ਮੇਰੇ ਵਿੱਚ ਕਰਨ ਦੀ ਕੁਝ ਤਾਕਤ ਹੈ। ਇਹ ਕਰਮ ਤੁਸੀਂ ਆਪ ਦਇਆ ਕਰਕੇ, ਕਿਰਪਾ ਕਰਕੇ ਨਿਤਨੇਮ ਦਾ ਕਰਵਾਇਆ। ਆਪ ਜੀ ਕਿਰਪਾ ਕਰਿਓ, ਇਹ ਕਰਮ ਆਪਣੇ ਚਰਨਾਂ 'ਚ ਪ੍ਰਵਾਨ ਕਰਿਓ। ਇੱਦਾਂ ਗੁਰਸਿੱਖ ਆਪਣੇ ਮਾਲਕ ਦੇ ਚਰਨਾਂ ਵਿੱਚ, ਆਪਣੇ ਗੁਰਦੇਵ ਦੇ ਚਰਨਾਂ 'ਚ ਰਜੋਈ ਕਰਦੇ ਹੈ। ਜਿਹੜੇ ਕੇਵਲ ਕਾਮਨਾ ਸਹਿਤ ਹੋ ਕੇ ਕਰਮ ਕਰਦੇ ਆ, ਪੁੰਨ ਦਾਨ ਬੀਜਦੇ ਹੈ, ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਧਰਮ ਰਾਏ ਦੇ ਪਾਸ ਜਾਣਾ ਪੈਂਦਾ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬਚਨ ਨੇ, ਮਨ ਹਾਲੀ ਕਿਰਸਾਣੀ ਕਰਨੀ, ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਪਾਤਸ਼ਾਹ ਫਰਮਾਉਂਦੇ ਆ, ਸੱਜਣਾ ਨਾਮ ਦਾ ਬੀਜ ਬੀਜ ਕੇ ਉੱਤੇ ਸੰਤੋਖ ਦਾ ਸੁਹਾਗਾ ਫੇਰ ਦੇ। ਯਾਨੀ ਕਿ ਨਾਮ ਜਪ ਕੇ ਕਾਮਨਾ ਨਾ ਕਰੀ ਮੈਨੂੰ ਇਹ ਵੇਲੇ, ਉੱਤੇ ਸਬਰ ਤੇ ਸੰਤੋਖ ਦੀ ਬਿਰਤੀ ਰੱਖੀ। ਸੰਤੋਖ ਦਾ ਸੁਹਾਗਾ ਉੱਤੇ ਫੇਰੇਗਾ, ਕਿਉਂਕਿ ਫਸਲ ਜਦੋਂ ਬੀਜੀ ਦੀ ਹੈ ਨਾ, ਬੀਜ ਬੀਜੀ ਦਾ, ਉੱਤੇ ਸੁਹਾਗਾ ਨਾ ਫੇਰੋ ਤੇ ਬੀਜ ਉਪਰਾ ਰਹਿ ਜੇ, ਉਹਨੂੰ ਪੰਛੀ ਚੁਗ ਜਾਂਦੇ ਆ ਤੇ ਜਾਂ ਫਿਰ ਉੱਤੇ ਸੁੱਕ ਸੜ ਜਾਂਦਾ, ਉਗਦਾ ਨਹੀਂ। ਜਦੋਂ ਮਿੱਟੀ ਦੇ ਵਿੱਚ ਰਲਦਾ, ਉੱਤੇ ਮਿੱਟੀ ਪੈਂਦੀ ਆ, ਸੁਹਾਗਾ ਫੇਰ ਕੇ ਫਿਰ ਉਗਦਾ। ਇਸੇ ਤਰ੍ਹਾਂ ਨਾਮ ਜਪਿਆ ਤਦੇ ਫਲੀਭੂਤ ਹੁੰਦਾ, ਜੇ ਨਾਲ ਸੰਤੋਖ ਦੀ ਬਿਰਤੀ ਹੋਵੇ, ਸਬਰ ਦੀ ਬਿਰਤੀ ਹੋਵੇ। ਜੇ ਸਬਰ ਨਹੀਂ, ਸੰਤੋਖ ਨਹੀਂ, ਤੇ ਫਿਰ ਨਾਮ ਦਾ ਲਾਹਾ ਪ੍ਰਾਪਤ ਨਹੀਂ ਹੁੰਦਾ। ਮਹਾਰਾਜ ਜੀ ਕਹਿੰਦੇ ਆ, ਭਾਈ ਜਿਹੜੇ ਕੇਵਲ ਪੁੰਨ ਦਾਨ ਕਰਦੇ ਆ ਕਾਮਨਾ ਧਾਰਨ ਕਰਕੇ, ਉਹਨਾਂ ਨੂੰ ਧਰਮ ਰਾਜੇ ਦੇ ਪਾਸ ਜਾਣਾ ਪੈਂਦਾ ਹੈ। ਧਰਮ ਰਾਜੇ ਦੇ ਪਾਸ ਜਾ ਕੇ ਲੇਖਾ ਜੋਖਾ ਦੇਣਾ ਪੈਂਦਾ ਹੈ। ਬਿਨ ਸਤਿਗੁਰੂ ਜਮ ਕਾਲ ਨਾ ਛੋੜਈ, ਦੂਜੈ ਪਾਏ ਖੁਆਈ। ਸਤਿਗੁਰੂ ਸ੍ਰੀ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਮਹਾਰਾਜ ਜੀ ਫਰਮਾਉਂਦੇ ਆ, ਸਤਿਗੁਰਾਂ ਤੋਂ ਬਿਨਾਂ ਜਮ ਕਾਲ ਨੇ ਨਹੀਂ ਛੱਡਣਾ। ਗੁਰੂ ਬਿਨਾਂ ਜਮਾਂ, ਗੁਰੂ ਤੋਂ ਬਿਨਾਂ ਜਮਾਂ ਤੋਂ ਕਿਸੇ ਨੇ ਛਡਾਉਣਾ ਹੀ ਨਹੀਂ। ਸਤਿਗੁਰੂ ਜੀ ਜਿਨ੍ਹਾਂ ਤੇ ਤਰਸ ਕਰਦੇ ਆ, ਰਹਿਮਤ ਦੇ ਘਰ ਵਿੱਚ ਆਉਂਦੇ ਆ, ਉਹਨਾਂ ਦੇ ਨੇੜੇ ਜਮ ਨਹੀਂ ਆਉਂਦੇ, ਉਹਨਾਂ ਦੇ ਨੇੜੇ ਜਮ ਕਾਲ ਨਹੀਂ ਆਉਂਦਾ, ਉਹ ਜਮਾਂ ਤੋਂ ਰਹਿਤ ਹੋ ਜਾਂਦੇ ਆ। ਸਤਿਗੁਰਾਂ ਤੋਂ ਬਿਨਾਂ ਜਮ ਕਾਲਾਂ ਨੇ ਨਹੀਂ ਛੱਡਣਾ ਭਾਈ। ਦੂਜਾ ਭਾਏ ਖੁਆਈ, ਜਿਹੜੇ ਦੂਜੇ ਭਾਵ ਵਿੱਚ, ਦੁਬਦਾ ਵਿੱਚ, ਦਵੈਸ਼ ਵਿੱਚ ਲੱਗੇ ਹੋਏ ਨੇ, ਉਹ ਆਪਣਾ ਸਾਰਾ ਕੁਝ ਖੁਆ ਲੈਂਦੇ ਹੈ। ਉਹਨਾਂ ਅੰਦਰ ਜਿਤਨੇ ਗੁਣ ਨੇ
ਚਾਹੇ ਉਹ ਸੱਤ ਹੈ, ਸੰਤੋਖ ਹੈ, ਦਇਆ ਹੈ, ਖਿਮਾ ਹੈ, ਸਾਰੇ ਸ਼ੁਭ ਗੁਣ ਦੂਜੇ ਭਾਵ ਚ ਦੁਬਦਾ ਚ ਲੱਗ ਕੇ ਖਤਮ ਹੋ ਜਾਂਦੇ ਆ। ਉਹਨਾਂ ਅੰਦਰੋਂ ਸਾਰੇ ਗੁਣ ਨਸ਼ਟ ਭ੍ਰਸ਼ਟ ਹੋ ਜਾਂਦੇ ਹਨ। ਜੋਬਨ ਜਾਂਦਾ ਨਦਰ ਨ ਆਵਈ। ਜਿਹੜਾ ਜਵਾਨੀ ਦਾ ਸਮਾਂ ਨਾ ਬੜੀ ਰਫ਼ਤਾਰ ਨਾਲ ਬੀਤਦਾ। ਬਚਪਨ ਦੇ ਸਮੇਂ ਦੇ ਵਿੱਚ ਬੋਧ ਨਹੀਂ ਹੁੰਦਾ, ਜਦੋਂ ਜਵਾਨੀ ਵਿੱਚ ਆਉਂਦਾ ਤੇ ਜਵਾਨੀ ਦੀਆਂ ਜਿਹੜੀਆਂ ਘੜੀਆਂ ਨੇ, ਜਵਾਨੀ ਦਾ ਜਿਹੜਾ ਸਮਾਂ ਬੜੀ ਤੇਜ਼ੀ ਨਾਲ ਬੀਤਦਾ। ਕਹਿੰਦੇ ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਜਵਾਨੀ ਲੰਘ ਗਈ। ਜੋਬਨ ਜਾਂਦਾ ਨਦਰ ਨਾ ਆਵਈ। ਜਦੋਂ ਜਵਾਨੀ ਜਾਂਦੀ ਹੈ, ਜਾਂਦੀ ਹੋਈ ਨਜ਼ਰ ਨਹੀਂ ਆਉਂਦੀ। ਦਿਨ ਤੋਂ ਪਹਿਰ ਕਰਕੇ, ਪਹਿਰ ਤੋਂ ਘੜੀਆਂ ਕਰਕੇ, ਜਿਵੇਂ ਜਿਵੇਂ ਉਮਰ ਬੀਤਦੀ ਚਲੀ ਜਾਂਦੀ ਹੈ, ਜਵਾਨੀ ਬੀਤਦੀ ਚਲੀ ਜਾਂਦੀ ਹੈ। ਜਵਾਨੀ ਦਾ ਨਸ਼ਾ ਹੀ ਇਹੋ ਜਿਹਾ ਮਨੁੱਖ ਨੂੰ ਕਿ ਉਸ ਨਸ਼ੇ ਦੇ ਵਿੱਚ ਇਹਦੀ ਜਵਾਨੀ ਕਿਹੜੇ ਵੇਲੇ ਬੀਤ ਗਈ ਬੋਧ ਹੀ ਨਹੀਂ ਹੁੰਦਾ। ਉਹਦੇ ਗਰੂਰ ਵਿੱਚ, ਉਹਦੇ ਹੰਕਾਰ ਦੇ ਵਿੱਚ, ਜਵਾਨੀ ਦੇ ਨਸ਼ੇ ਦੇ ਵਿੱਚ ਮਸਤ ਹੋਇਆ ਫਿਰਦਾ। ਕਹਿੰਦੇ ਜਵਾਨੀ ਇੱਕ ਐਸੇ ਹੜ ਦਾ ਜਲ ਹੈ, ਜੇ ਤਾਂ ਇਹਨੂੰ ਬੰਨ ਨੂੰ ਪਾ ਕੇ ਗੁਰੂ ਸ਼ਬਦ ਦਾ ਰੋਕ ਲਿਆ ਜਾਵੇ ਤਾਂ ਇਸ ਜਵਾਨੀ ਨਾਲ ਸਮਾਜ ਲਈ, ਦੇਸ਼ ਲਈ ਬਹੁਤ ਕੁਝ ਕੀਤਾ ਜਾ ਸਕਦਾ, ਆਪਣੇ ਸਵੈ ਧਰਮ ਲਈ ਬਹੁਤ ਕੁਝ ਕੀਤਾ ਜਾ ਸਕਦਾ। ਪਰ ਜੇ ਕਿਤੇ ਜਵਾਨੀ ਦੇ ਇਸ ਹੜ ਨੂੰ ਬੰਨ ਨੂੰ ਪਾ ਕੇ ਪਾਣੀ ਨਾ ਰੋਕਿਆ ਜਾਏ, ਇਸ ਹੜ ਨੂੰ ਨਾ ਰੋਕਿਆ ਜਾਏ, ਤਾਂ ਜਿੱਥੇ ਆਪ ਰੁੜਦਾ ਉੱਥੇ ਹੋਰ ਵੀ ਅਨੇਕਾਂ ਨੂੰ ਰੋੜ ਕੇ ਲੈ ਜਾਂਦਾ। ਅਨੇਕ ਪ੍ਰਕਾਰ ਦੇ ਸਮਾਜ ਦਾ ਇਹ ਘਾਣ ਕਰਦਾ, ਸਮਾਜ ਨੂੰ ਭ੍ਰਸ਼ਟ ਕਰਦਾ, ਗੰਧਲਾ ਕਰਕੇ ਰੱਖ ਦਿੰਦਾ। ਪਰ ਜਵਾਨੀ ਦਾ ਨਸ਼ਾ ਜਿਹੜਾ ਹੈ ਉਹ ਮਨੁੱਖ ਨੂੰ ਮਗਰੂਰ ਕਰਕੇ ਰੱਖ ਦਿੰਦਾ। ਕਹਿੰਦੇ ਇੱਕ ਜਵਾਨ ਸਿਰ ਤੇ ਤੁਰਲੇ ਵਾਲੀ ਪੱਗ ਬੱਧੀ ਹੋਈ, ਲੰਮਾ ਕੁੜਤਾ ਪਾਇਆ ਹੋਇਆ, ਚਾਦਰਾ ਬੱਧਾ ਹੋਇਆ ਤੇੜ, ਪੈਰ ਦੇ ਵਿੱਚ ਤਿੱਲੇ ਵਾਲੀ ਜੁੱਤੀ ਪਾਈ ਹੋਈ, ਖੋਸਾ, ਤੁਰਿਆ ਜਾਂਦਾ, ਹੱਥ 'ਚ ਖੂੰਡਾ ਫੜਿਆ, ਬੜੀ ਮਸਤੀ ਨਾਲ ਲੰਘਿਆ ਚਲਿਆ ਜਾ ਰਿਹਾ। ਇੱਕ ਸ਼ਮਸ਼ਾਨ ਭੂਮੀ ਦੇ ਕੋਲੋਂ ਦੀ ਗੁਜ਼ਰਿਆ। ਉਸ ਸ਼ਮਸ਼ਾਨ ਭੂਮੀ ਦੇ ਕੋਲੋਂ ਦੀ ਲੰਘਿਆ ਤੇ ਇਹਦੇ ਪੈਰ ਥੱਲੇ ਕਿਸੇ ਮੁਰਦੇ ਮਨੁੱਖ ਦੀ ਇੱਕ ਹੱਡੀ ਆਈ ਤੇ ਉਹਦੇ ਵਿੱਚੋਂ ਆਵਾਜ਼ ਨਿਕਲੀ, ਮਾਨੋ ਜਿਵੇਂ ਉਹ ਸੰਬੋਧਨ ਕਰਕੇ ਇਹਨੂੰ ਕਹਿ ਰਹੀ ਹੋਵੇ, ਐ ਸੱਜਣਾ, ਕਭੀ ਹਮ ਵੀ ਤੇਰੀ ਤਰ੍ਹਾਂ ਜਵਾਂ ਹੋਤੇ ਥੇ। ਉਹ ਸੰਕੇਤ ਦੇ ਰਹੀ ਹੈ ਕਿ ਅਖੀਰ ਨੂੰ ਤੇਰੀ ਦਸ਼ਾ ਵੀ ਇਹੀ ਹੋਣੀ ਹੈ। ਭਾਈ ਸਾਹਿਬ ਭਾਈ ਮਰਦਾਨਾ ਜੀ ਟੁਰੇ ਜਾਂਦੇ ਐ, ਘੋੜੇ ਤੇ ਇੱਕ ਨੌਜਵਾਨ ਸਵਾਰ, ਸ਼ਮਲੇ ਵਾਲੀ ਪੱਗ ਬੱਧੀ ਹੋਈ, ਚਾਦਰਾ ਲਾਇਆ ਹੋਇਆ, ਕਮਰ ਕੱਸੇ ਕਟਾਰ ਲਾਈ ਹੋਈ, ਭਾਈ ਮਰਦਾਨੇ ਜੀ ਨੂੰ ਧੱਕਾ ਮਾਰ ਕੇ ਲੰਘ ਗਿਆ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਭਾਈ ਮਰਦਾਨਾ ਜੀ ਕਹਿੰਦੇ, ਸਤਿਗੁਰੂ ਮੈਂ ਇਹਦਾ ਕੀ ਵਿਗਾੜਿਆ ਸੀ? ਮਹਾਰਾਜ ਜੀ ਕਹਿੰਦੇ, ਭਾਈ ਮਰਦਾਨਾ ਜੀ ਤੁਸੀਂ ਨਹੀਂ ਵਿਗਾੜਿਆ, ਇਸ ਜਵਾਨ ਦੀ ਜਵਾਨੀ ਨੇ ਇਹਦਾ ਸਭ ਕੁਝ ਵਿਗਾੜਿਆ ਹੋਇਆ। ਇਹ ਗਰੂਰ ਵਿੱਚ, ਹੰਕਾਰ 'ਚ ਟੁਰਿਆ ਜਾ ਰਿਹਾ ਹੈ। ਪਾਤਸ਼ਾਹ ਨੇ ਬਚਨ ਫਰਮਾਇਆ, ਕਮਰ ਕਟਾਰਾ ਬੰਕੜਾ ਬੰਕੇ ਕਾ ਸਵਾਰ। ਕਮਰ ਕੱਸੇ ਦੇ ਵਿੱਚ ਕਟਾਰ ਲਾਈ ਹੋਈ ਹੈ ਤੇ ਬੜਾ ਨੌਜਵਾਨ ਹੈ, ਬੰਕੇ ਘੋੜੇ ਤੇ ਸਵਾਰ ਹੋ ਕੇ, ਜਵਾਨ ਘੋੜੇ ਤੇ ਸਵਾਰ ਹੋ ਕੇ ਜਾ ਰਿਹਾ ਹੈ ਤੇ ਹੰਕਾਰ ਦੇ ਵਿੱਚ ਆ ਵੀ ਮੇਰੇ ਵਰਗਾ ਜਵਾਨ ਹੀ ਕੋਈ ਨਹੀਂ ਹੋਣਾ। ਇਸੇ ਕਰਕੇ ਤੈਨੂੰ ਇਹ ਧੱਕਾ ਮਾਰ ਕੇ ਗਿਆ। ਇਹਨੂੰ ਇਹ ਨਹੀਂ ਪਤਾ ਇਹੀ ਜਵਾਨੀ ਇਹਦੇ ਸਿਰ ਤੇ ਭਾਰ ਬਣ ਕੇ ਆ ਡਿੱਗਣੀ ਹੈ। ਕੁਝ ਦੂਰੀ ਤੇ ਜਾ ਕੇ ਘੋੜੇ ਦਾ ਪੈਰ ਥਿੜਕਿਆ, ਡਿੱਗਾ। ਜਦੋਂ ਡਿੱਗਾ ਤੇ ਸਿਰ ਭਰਨੇ ਹੋ ਕੇ ਡਿੱਗਾ ਤੇ ਉਹੀ ਕਟਾਰ ਇਹਦੇ ਨਿਕਲ ਕੇ ਕਮਰ ਕੱਸੇ ਚੋਂ ਪੇਟ 'ਚ ਵੱਜੀ ਤੇ ਵੇਖਦਿਆਂ ਵੇਖਦਿਆਂ ਮਿੱਟੀ ਦੀ ਢੇਰੀ ਹੋ ਕੇ ਜ਼ਮੀਨ ਤੇ ਡਿੱਗ ਪਿਆ। ਗਰੀਬ ਨਵਾਜ ਸਾਹਿਬ ਕਹਿੰਦੇ ਆ, ਤੂੰ ਕਾਹਦਾ ਮਾਣ ਕਰਦਾ ਸੱਜਣਾ? ਇਹ ਜੋਬਨ, ਇਹ ਜਵਾਨੀ, ਇਹਦੇ ਜਾਂਦਿਆਂ ਦੇਰੀ ਨਹੀਂ ਲੱਗਣੀ। ਜੋਬਨ ਜਾਂਦਾ ਨਜ਼ਰ ਨਾ ਆਵਈ। ਇਸ ਜਵਾਨੀ ਨੂੰ ਜਾਂਦਿਆਂ ਦੇਰੀ ਨਹੀਂ ਲੱਗਣੀ। ਇਹਨੂੰ ਨਜ਼ਰ ਨਹੀਂ ਆਉਂਦਾ ਕਿ ਜਿਵੇਂ ਜਵਾਨੀ ਦਾ ਸਮਾਂ ਦਿਨ ਦਿਨ ਕਰਕੇ, ਪਲ ਪਲ ਕਰਕੇ ਬੀਤ ਰਿਹਾ ਹੈ। ਜਰ ਪਹੁੰਚੈ ਮਰ ਜਾਈ। ਅਖੀਰ ਨੂੰ ਬੁਢੇਪਾ ਆ ਗਿਆ ਤੇ ਬੁਢੇਪੇ ਤੋਂ ਬਾਅਦ ਫਿਰ ਮਰ ਗਿਆ। ਇਹੀ ਹੈ ਜ਼ਿੰਦਗੀ ਤੇਰੀ ਸੱਜਣਾ। ਜੋਬਨ ਜਾਂਦਿਆਂ, ਜਵਾਨੀ ਜਾਂਦਿਆਂ ਪਤਾ ਹੀ ਨਹੀਂ ਲੱਗਾ ਕਿਹੜੇ ਵੇਲੇ ਜਵਾਨੀ ਲੰਘ ਗਈ ਤੇ ਬੁਢੇਪਾ ਆ ਗਿਆ। ਇਹ ਤਾਂ ਫਿਰ ਮਨੁੱਖ ਦਾ ਮਨ ਨੂੰ ਹੌਸਲਾ ਹੀ ਹੈ ਕਿ ਜਦੋਂ ਬੁਢੇਪਾ ਆ ਜਾਏ ਤੇ ਬੁਢੇਪੇ ਦੇ ਸਮੇਂ ਉਸ ਬੁਢੇਪੇ ਨੂੰ ਛੁਪਾਉਣ ਵਾਸਤੇ ਅਨੇਕਾਂ ਯਤਨ ਕਰਦਾ। ਕਈ ਪ੍ਰਕਾਰ ਦੇ ਤਰੀਕੇ ਨੇ, ਜਿਹੜੇ ਤਰੀਕਿਆਂ ਨੂੰ ਅਪਣਾਉਂਦਾ ਆ ਬੰਦਾ ਮੈਨੂੰ ਕਹਿਣ ਦੀ ਲੋੜ ਨਹੀਂ।
ਕਿ ਕਿਸੇ ਤਰੀਕੇ ਮੈਂ ਆਪਣੇ ਇਸ ਬੁਢੇਪੇ ਨੂੰ ਛੁਪਾ ਲਵਾਂ, ਇਹ ਬੁਢੇਪੇ ਨੂੰ ਪਤਾ ਨਾ ਲੱਗਣ ਦਿਆਂ ਲੋਕਾਂ ਵਿੱਚ ਵੀ ਮੈਂ ਬੁੱਢਾ ਹੋ ਗਿਆ। ਤੂੰ ਇਸ ਪ੍ਰਕਾਰ ਨਾਲ ਕਹਿੰਦੇ ਜਿੰਨਾ ਮਰਜ਼ੀ ਭਰਮ ਪਾੜ ਲੈ ਸੱਜਣਾ, ਜਵਾਨੀ ਤਾਂ ਬੀਤ ਗਈ ਹੈ ਤੇ ਤੈਨੂੰ ਨਜ਼ਰ ਹੀ ਨਹੀਂ ਆਇਆ। ਅਖੀਰ ਨੂੰ ਜਰ ਕਹਿੰਦੇ ਆ ਬੁਢੇਪਾ ਆ ਗਿਆ, ਤਾਂ ਬੁਢੇਪੇ ਦੇ ਆਉਂਦਿਆਂ ਅਖੀਰ ਨੂੰ ਕਾਲ ਨੇ ਆ ਕੇ, ਮੌਤ ਨੇ ਆ ਕੇ ਧਰ ਦਬੋਚਿਆ। ਜਰ ਪਹੁੰਚਾ ਮਰ ਜਾਈ, ਜਦੋਂ ਬੁਢੇਪਾ ਆਇਆ ਤੇ ਫਿਰ ਮਰ ਗਿਆ, ਮੁੱਕ ਗਿਆ। ਪੁੱਤ ਕਲਤ ਮੋਹ ਹੇਤ ਹੈ, ਅੰਤ ਬੇਲੀ ਕੋ ਨਾ ਸਖਾਈ। ਮਹਾਰਾਜ ਜੀ ਕਹਿੰਦੇ ਆ ਜਿਹੜੇ ਤੇਰੇ ਪੁੱਤਰ ਨੇ, ਕਲੱਤਰ ਰਿਸ਼ਤੇਦਾਰ, ਸਾਕ ਸੰਬੰਧੀ ਨੇ, ਜਿਨ੍ਹਾਂ ਨਾਲ ਤੇਰਾ ਮੋਹ ਹੈ, ਜਿਨ੍ਹਾਂ ਨਾਲ ਤੇਰਾ ਹੇਤ ਲਗਾਓ ਹੈ, ਇਹਨਾਂ ਵਿੱਚੋਂ ਅੰਤ ਨੂੰ ਤੇਰਾ ਕਿਸੇ ਨੇ ਵੀ ਬੇਲੀ ਬਣ ਕੇ, ਮਿੱਤਰ ਬਣ ਕੇ ਸਹਾਇਤਾ ਨਹੀਂ ਕਰਨੀ। ਬੇਲੀ ਦਾ ਮਤਲਬ ਹੁੰਦਾ ਸੰਗੀ। ਬੇਲੀ ਕਹਿੰਦੇ ਸੰਗੀ ਨੂੰ, ਜਿਵੇਂ ਆਪਾਂ ਆਮ ਪੰਜਾਬੀ ਚ ਬੋਲਦੇ ਆ, ਉਹ ਤੇਰਾ ਬੇਲੀ ਕੌਣ ਹੈ? ਬੇਲੀ ਦਾ ਮਤਲਬ ਹੁੰਦਾ ਸੰਗੀ। ਤੇਰਾ ਸੰਗੀ ਕੌਣ ਹੈ? ਯਾਨੀ ਕਿ ਤੇਰਾ ਬੇਲੀ ਕੌਣ ਹੈ? ਮਹਾਰਾਜ ਜੀ ਕਹਿੰਦੇ ਜਿਨ੍ਹਾਂ ਪੁੱਤਰਾਂ ਨਾਲ, ਧੀਆਂ ਨਾਲ, ਰਿਸ਼ਤੇਦਾਰਾਂ ਨਾਲ, ਸੰਬੰਧੀਆਂ ਨਾਲ ਤੇਰਾ ਮੋਹ ਹੈ, ਹੇਤ ਹੈ, ਇਹਨਾਂ ਵਿੱਚੋਂ ਅੰਤ ਨੂੰ ਕੋਈ ਵੀ ਤੇਰਾ ਸੰਗੀ ਨਹੀਂ, ਕੋਈ ਵੀ ਤੇਰੀ ਸਹਾਇਤਾ ਕਰਨ ਵਾਲਾ ਨਹੀਂ। ਕਿਸੇ ਨੇ ਤੇਰੀ ਸਹਾਇਤਾ ਨਹੀਂ ਕਰਨੀ। ਇਹੋ ਕੁਟੰਬ ਤੂੰ ਜੇ ਦੇਖਦਾ, ਚੱਲੈ ਨਾਹੀ ਤੇਰਾ ਨਾਲੇ। ਸੱਜਣਾ ਇਹ ਮਨ ਪਿਆਰਿਆ, ਤੂੰ ਸਦਾ ਸੱਚ, ਸੱਚ ਦੀ ਸੰਭਾਲਣਾ ਕਰ ਜੋ ਸੱਚ ਹੈ। ਇਹਨਾਂ ਵਿੱਚੋਂ ਕਿਸੇ ਵੀ ਤੇਰਾ ਬੇਲੀ ਨਹੀਂ ਜੇ ਬਣਨਾ, ਕਿਸੇ ਨੇ ਵੀ ਤੇਰੀ ਸਹਾਇਤਾ ਨਹੀਂ ਜੇ ਕਰਨੀ। ਸਤਿਗੁਰ ਸੇਵੇ ਸੋ ਸੁਖ ਪਾਏ, ਨਾਉ ਵਸੈ ਮਨ ਆਈ। ਜਿਹੜੇ ਸਤਿਗੁਰਾਂ ਦੀ ਸੇਵਾ ਕਰਦੇ ਆ, ਸਤਿਗੁਰ ਸੇਵੇ ਸੋ ਸੁਖ ਪਾਏ। ਸਤਿਗੁਰਾਂ ਦੀ ਸੇਵਾ ਕਰਦੇ ਆ, ਸੁਖ ਪ੍ਰਾਪਤ ਕਰਦੇ ਆ। ਸੇਵਾ ਸਮਰਪਣ ਭਾਵ ਨਾਲ ਹੁੰਦੀ ਆ, ਸੇਵਾ ਦਾਵਾ ਕਰਕੇ ਨਹੀਂ ਹੁੰਦੀ। ਸੇਵਾ ਨਿਰਦਾਵੇ ਹੋ ਕੇ ਕਰਨੀ ਪੈਂਦੀ ਹੈ। ਅਕਸਰ ਅਸੀਂ ਗੁਰੂ ਘਰਾਂ 'ਚ ਵੇਖਦੇ ਹਾਂ, ਇੱਥੇ ਦਾਵਾ ਕਰਕੇ ਸੇਵਾ ਕੀਤੀ ਜਾਂਦੀ ਹੈ। ਦਾਵਾ ਪਤਾ ਕੀ ਹੁੰਦਾ? ਸਾਨੂੰ 40 ਸਾਲ ਹੋ ਗਏ ਜੀ ਇੱਥੇ ਆ ਸੇਵਾ ਕਰਦੇ ਹਾਂ। 40 ਸਾਲ ਪਹਿਲਾਂ ਮੇਰਾ ਪਿਓ ਇਹ ਸੇਵਾ ਕਰਦਾ ਸੀ, 50 ਸਾਲ ਉਹਨੇ ਕੀਤੀ ਆ, ਤੇ ਉਹਦੇ ਤੋਂ ਪਹਿਲਾਂ ਮੇਰਾ ਦਾਦਾ 50 ਸਾਲ ਸੇਵਾ ਇਹੀ ਕਰਦਾ ਰਿਹਾ, ਮੈਂ ਕਿਵੇਂ ਛੱਡ ਦਿਆਂ? ਇਹ ਦਾਵਾ ਹੁੰਦਾ। ਇੱਕ ਸੱਜਣ ਪਿੱਛੇ ਜੀ ਮੈਨੂੰ ਮਿਲਿਆ, ਕਹਿਣ ਲੱਗਾ ਜੀ ਮੈਂ 40 ਸਾਲ ਹੋ ਗਏ ਇੱਥੇ ਸੇਵਾ ਕਰਦਿਆਂ। ਉਹਦੀ ਉਮਰ ਮੈਂ ਪੁੱਛੀ, ਮੈਂ ਕਿੰਨੀ ਉਮਰ ਹੈ? ਕਹਿੰਦਾ ਜੀ 37 ਸਾਲ ਹੈ। ਮੈਂ ਵੀ ਜਨਮ ਤੋਂ 3 ਸਾਲ ਪਹਿਲਾਂ ਹੀ ਆ ਗਿਆ ਸੀ ਇੱਥੇ ਸੇਵਾ ਕਰਨ ਨੂੰ। ਜ਼ੁਬਾਨ ਤੇ ਸ਼ਬਦ ਚੜਿਆ ਹੋਇਆ, 40 ਤੋਂ ਘੱਟ ਤਾਂ ਗੱਲ ਹੀ ਨਹੀਂ ਕਰਦੇ, ਵੀ 40 ਸਾਲ ਹੋ ਗਏ ਜੀ ਮੈਂ ਇਹ ਸੇਵਾ ਕਰਦਾ। ਉਹ ਇੱਕ ਉਸਤਾਦ ਸੀ ਤੇ ਉਹਦੇ 2 ਚੇਲੇ, ਉਹਨਾਂ ਸੇਵਾ ਵੰਡੀ ਹੋਈ। ਇੱਕ ਚੇਲਾ ਕਹਿੰਦਾ ਮੇਰੀ ਸੱਜੀ ਲੱਤ ਹੈ ਤੇ ਮੈਂ ਇਹ ਸੱਜੀ ਲੱਤ ਉਸਤਾਦ ਦੀ ਕੁੱਟਣੀ ਹੈ। ਦੂਜੇ ਨੇ ਖੱਬੀ ਲੱਤ ਵੰਡੀ ਹੋਈ ਸੀ ਵੀ ਇਹ ਮੇਰੇ ਹਿੱਸੇ ਆਉਂਦੀ, ਇਹ ਸੇਵਾ ਇਹਦੀ ਮੈਂ ਕਰਨੀ ਹੈ। ਚੇਲਿਆਂ ਦੋਵਾਂ ਦੀ ਬਣਦੀ ਨਹੀਂ ਸੀ ਆਪਸ ਵਿੱਚ, ਦੋਨਾਂ ਦੇ ਨਾਲ ਇੱਕ ਦੂਜੇ ਦਾ ਮਤਭੇਦ ਸੀ। ਕੁਝ ਸਮਾਂ ਬੀਤ ਗਿਆ, ਕੁਝ ਦਿਨ ਬੀਤ ਗਏ, ਮਹੀਨੇ ਬੀਤ ਗਏ। ਇੱਕ ਦਿਨ ਉਸਤਾਦ ਦੀ ਕਿਤੇ ਅੱਖ ਲੱਗ ਗਈ, ਲੱਤਾਂ ਘੁੱਟਦੇ ਸਨ ਚੇਲੇ, ਤੇ ਉਹਨੇ ਪਾਸਾ ਪਲਟਿਆ ਤੇ ਸੱਜੀ ਲੱਤ ਖੱਬੇ ਪਾਸੇ ਤੇ ਖੱਬੀ ਸੱਜੇ ਪਾਸੇ। ਚੇਲੇ ਦੋਵੇਂ ਆਪਸ ਵਿੱਚ ਬਹਿਸ ਕਰਨ। ਉਹ ਆਖੇ ਵੀ ਇਹ ਲੱਤ ਤੇਰੀ ਵਾਲੀ ਇੱਧਰ ਆ ਗਈ ਆ ਮੇਰੇ, ਤੇ ਮੈਂ ਡਾਂਗ ਚੁੱਕਣੀ ਆ ਤੇ ਤੋੜ ਦੇਣੀ ਹੈ। ਉਹ ਕਹਿੰਦਾ ਜੇ ਤੂੰ ਤੋੜੇਗਾ ਤੇ ਮੈਂ ਕਿਹੜਾ ਖੈਰ ਗੁਜ਼ਾਰਨੀ ਹੈ, ਤੇਰੀ ਲੱਤ ਇੱਧਰ ਮੇਰੇ ਵਾਲੇ ਪਾਸੇ ਆ ਗਈ ਹੈ ਤੇ ਡਾਂਗ ਨਾਲ ਮੈਂ ਤੋੜ ਦੇਣੀ ਹੈ। ਗਰਮਾ ਗਰਮੀ ਹੋਈ, ਅਖੀਰ ਨੂੰ ਦੋਵੇਂ ਹੀ ਡਾਂਗਾਂ ਲੈ ਆਏ। ਉਹਨੇ ਸੱਜੀ ਲੱਤ ਵਾਲੇ ਨੇ ਖੱਬੀ ਲੱਤ ਦੇ ਉੱਤੇ ਮਾਰੀ ਡਾਂਗ, ਤੇ ਖੱਬੀ ਲੱਤ ਦੀ ਜਿਹੜੀ ਸੇਵਾ ਕਰਦਾ ਸੀ ਉਹਨੇ ਸੱਜੀ ਲੱਤ ਦੇ ਉੱਤੇ ਮਾਰੀ ਡਾਂਗ। ਤੇ ਜਿਹੜਾ ਉਸਤਾਦ ਸੀ ਉਹਨਾਂ ਦਾ ਲੇਟਿਆ ਹੋਇਆ, ਉਹ ਆਖੇ ਵੀ ਇਹ ਲੱਤਾਂ ਮੇਰੀਆਂ ਨੇ ਸੱਜਣੋ। ਉਹ ਕਹਿੰਦਾ ਚੁੱਪ ਕਰਕੇ ਪਿਆ ਰਹਿ, ਸਾਨੂੰ 10 ਸਾਲ ਹੋ ਗਏ ਨੇ ਅਸੀਂ ਵੰਡੀਆਂ ਹੋਈਆਂ ਨੇ। ਮਾਰ ਮਾਰ ਡਾਂਗਾਂ ਉਹਦੀਆਂ ਲੱਤਾਂ ਤੋੜ ਛੱਡੀਆਂ। ਇਹ ਵਿਅੰਗ ਹੈ, ਪਰ ਇਸ ਵਿਅੰਗ ਦੇ ਵਿੱਚ ਬਹੁਤ ਕੁਝ ਛਿਪਿਆ ਹੋਇਆ
ਜਿਹੜਾ ਅੱਜ ਦੇ ਇਸ ਵਰਤਾਰੇ ਦੇ ਵਿੱਚ ਵਰਤਦਾ ਅਸੀਂ ਵੇਖਦੇ ਹਾਂ। ਅਸੀਂ ਵੰਡੀਆਂ ਪਾਈਆਂ ਹੋਈਆਂ ਨੇ, ਅਸੀਂ ਜਗ੍ਹਾ ਵੀ ਮੁਕਰਰ ਕੀਤੀ ਹੋਈ ਹੁੰਦੀ ਆ ਗੁਰੂ ਘਰਾਂ ਵਿੱਚ ਵੀ ਇੱਥੇ ਮੈਂ ਹੀ ਬਹਿਣਾ, ਕੋਈ ਦੂਜਾ ਬੈਠਾ ਹੋਵੇ ਨਾ ਬਾਂਹ ਫੜ ਕੇ ਉਠਾਉਣ ਦਾ ਯਤਨ ਕਰਦੇ ਆ, ਭਾਈ ਇੱਥੋਂ ਉੱਠ, ਇੱਥੇ ਮੈਂ ਸੱਜਣਾ, ਇੱਥੇ ਮੈਂ ਬਹਿਣਾ। ਗੁਰੂ ਖਾਲਸਾ ਜੀ ਸੇਵਾ ਸਮਰਪਣ ਭਾਵ ਨਾਲ ਹੁੰਦੀ ਹੈ, ਦਾਵਾ ਕੀਤਿਆਂ ਜਾਂ ਵੰਡੀਆਂ ਪਾ ਕੇ ਜਾਂ ਹੰਕਾਰ ਨਾਲ ਸੇਵਾ ਨਹੀਂ ਹੁੰਦੀ। ਸੇਵਾ ਹੰਕਾਰ ਨੂੰ ਮਿਟਾਉਣ ਵਾਸਤੇ ਹੁੰਦੀ ਹੈ। ਅਸੀਂ ਕਹਿੰਦੇ ਆ ਜੀ ਅਸੀਂ ਦਾਅਵੇ ਦੇ ਨਾਲ ਕਰਨੀ ਹੈ। ਦਾਵਾ ਤਾਂ ਭਾਈ ਜੰਗ ਦੇ ਮੈਦਾਨ ਵਿੱਚ ਹੋ ਸਕਦਾ, ਸਤਿਗੁਰਾਂ ਦੇ ਅਸਥਾਨ ਤੇ ਦਾਵਾ ਨਹੀਂ ਹੋ ਸਕਦਾ। ਦਾਵਾ ਰਣ ਭੂਮੀ 'ਚ ਹੋ ਸਕਦਾ ਹੈ, ਦਾਵਾ ਜੰਗ ਦੇ ਮੈਦਾਨ ਵਿੱਚ ਹੋ ਸਕਦਾ ਹੈ, ਦਾਵਾ ਸੰਸਾਰ ਵਿੱਚ ਹੋ ਸਕਦਾ ਹੈ, ਦਾਵਾ ਰਾਜਨੀਤੀ ਵਿੱਚ ਹੋ ਸਕਦਾ ਹੈ, ਪਰ ਸਤਿਗੁਰਾਂ ਦੇ ਧਰਮ ਸਥਾਨਾਂ ਦੇ ਉੱਤੇ ਦਾਵਾ ਨਹੀਂ ਹੈ। ਉੱਥੇ ਤਾਂ ਸਮਰਪਣ ਭਾਵ ਹੈ। ਕਿਤਨੇ ਆਏ ਸਾਡੇ ਵਰਗੇ, ਗੁਰੂ ਨਾਨਕ ਦਾ ਥੜਾ, ਇੱਕ ਗਿਆ ਤੇ ਦੂਜਾ ਖੜਾ। ਗਰੀਬ ਨਵਾਜ ਸਤਿਗੁਰੂ ਜੀ ਕਹਿੰਦੇ ਭਾਈ ਸਤਿਗੁਰਾਂ ਦੀ ਸੇਵਾ ਕਰ, ਸਤਿਗੁਰ ਸੇਵੇ ਸੋ ਸੁਖ ਪਾਏ। ਸਤਿਗੁਰਾਂ ਦੀ ਜਿਹੜਾ ਸੇਵਾ ਕਰਦਾ ਉਹ ਸੁਖ ਪਾਉਂਦਾ ਹੈ। ਨਾਉ ਵਸੈ ਮਨ ਆਈ, ਉਹਨਾਂ ਦੇ ਹਿਰਦਿਆਂ ਵਿੱਚ ਪਰਮੇਸ਼ਰ ਦਾ ਨਾਮ ਆ ਕੇ ਵਸ ਜਾਂਦਾ ਜਿਹੜੇ ਗੁਰੂ ਕੀ ਸੇਵਾ ਕਰਦੇ ਹੈ। ਇਹ ਬਚਨ ਉਹ ਗੁਰਦੇਵ ਕਰ ਰਹੇ ਨੇ ਜਿਨ੍ਹਾਂ ਨੇ 12 ਸਾਲ ਆਪਣਾ ਆਪ ਜਣਾਇਆ ਹੀ ਨਹੀਂ ਤੇ ਗੁਰੂ ਅੰਗਦ ਦੇਵ ਸਾਹਿਬ ਦੇ ਦਰਬਾਰ ਦੀ ਖਡੂਰ ਸਾਹਿਬ ਸੇਵਾ ਕੀਤੀ ਹੈ। ਧੰਨ ਗੁਰੂ ਅਮਰਦਾਸ ਸਾਹਿਬ ਨੇ ਉਹਨਾਂ ਜੋ ਆਪਣੇ ਹਿਰਦੇ 'ਚ ਮਾਣਿਆ, ਜੋ ਉਹਨਾਂ ਆਪਣੇ ਹਿਰਦੇ 'ਚ ਅਨੁਭਵ ਕੀਤਾ ਸੇਵਾ ਕਰਕੇ, ਉਹ ਦੱਸ ਰਹੇ ਹੈ 12 ਸਾਲ ਥੋੜਾ ਸਮਾਂ ਨਹੀਂ ਹੁੰਦਾ। ਸੱਚੀ ਸਰਕਾਰ ਪਾਣੀ ਢੋਣ ਦੀ ਸੇਵਾ ਕਰਦੇ ਰਹੇ ਹੈ। ਕੁੜਮਾਚਾਰੀ ਦਾ ਸੰਬੰਧ ਹੈ, ਉਹ ਸੰਬੰਧ ਕਦੇ ਜਣਾਇਆ ਹੀ ਨਹੀਂ ਕਿ ਜੀ ਤੁਹਾਡੀ ਧੀ ਗੁਰੂ ਅੰਗਦ ਸਾਹਿਬ ਜੀ ਮੇਰੇ ਭਤੀਜੇ ਨੂੰ ਵਿਆਹੀ ਹੋਈ ਹੈ। ਇਹ ਨਹੀਂ ਜਣਾਇਆ ਕਦੇ ਆ ਕੇ। ਦਾਸਾ ਭਾਵ ਧਾਰਨ ਕਰਕੇ ਸਤਿਗੁਰਾਂ ਦੇ ਚਰਨਾਂ 'ਚ ਸੇਵਾ ਕੀਤੀ ਹੈ। ਔਰ ਸੇਵਾ ਕਰਦਿਆਂ ਹਿਰਦੇ ਨੂੰ ਐਸਾ ਸੁੱਖ ਪ੍ਰਾਪਤ ਹੋਇਆ ਤੇ ਦੱਸ ਰਹੇ ਨੇ ਕਿ ਭਾਈ ਉਹਨਾਂ ਦੇ ਹਿਰਦਿਆਂ ਵਿੱਚ ਨਾਮ ਆ ਕੇ ਵਸ ਜਾਂਦਾ ਹੈ ਜਿਹੜੇ ਸਤਿਗੁਰਾਂ ਦੀ ਸੇਵਾ ਕਰਦੇ। ਸਤਿਗੁਰ ਸੇਵੇ ਸੋ ਸੁਖ ਪਾਏ, ਨਾਉ ਵਸੈ ਮਨ ਆਈ। ਸੇਵਾ ਦੇ ਨਾਲ ਹਿਰਦੇ 'ਚ ਨਾਮ ਆ ਕੇ ਵਸ ਜਾਂਦਾ। ਸੇਵਾ ਕਰਦਿਆਂ ਮਹਾਂਪੁਰਸ਼ ਕਹਿੰਦੇ, ਸਾਧੂ ਕਹਿੰਦੇ ਭਾਈ ਨਾਲ ਨਾਲ ਸਾਧਨਾ ਕਰੀ ਜਾਣੀ ਹੈ। ਕੋਈ ਵੀ ਸੇਵਾ ਕਰ ਰਹੇ ਹੋ ਸੁਰਤੀ ਵਿੱਚ, ਸਿਮਰਤੀ ਵਿੱਚ ਗੁਰੂ ਕੇ ਸਿੱਖ ਦੇ ਗੁਰਮੰਤਰ ਚੱਲਦਾ ਰਹੇ। ਹੱਥਾਂ ਨਾਲ ਚਾਹੇ ਤੁਸੀਂ ਜੋੜੇ ਝਾੜ ਰਹੇ ਹੋ, ਲੰਗਰਾਂ ਵਿੱਚ ਸੇਵਾ ਕਰ ਰਹੇ ਹੋ, ਕੋਈ ਵੀ ਸੇਵਾ ਨਿਭਾ ਰਹੇ ਹੋ, ਸੁਰਤੀ ਵਿੱਚ ਨਾਲ ਨਾਲ ਸਿਮਰਨ ਚੱਲਦਾ ਰਹੇ। ਸੇਵਾ ਤੇ ਸਿਮਰਨ ਦੋਵੇਂ ਇੱਕ ਦੂਜੇ ਦੇ ਪੂਰਕ ਹਨ। ਸਤਿਗੁਰਾਂ ਦੀ ਸੇਵਾ ਕਰਕੇ ਹਿਰਦੇ ਵਿੱਚ ਨਾਮ ਆ ਕੇ ਵਸਦਾ ਹੈ। ਨਾਨਕ ਸੇ ਵੱਡੇ ਵਡ ਭਾਗੀ, ਜੇ ਗੁਰਮੁਖ ਨਾਮ ਸਮਾਈ। ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਤੀਸਰੇ ਪਾਤਸ਼ਾਹ ਫਰਮਾਉਂਦੇ, ਸੇ ਵੱਡੇ ਵਡ ਭਾਗੀ। ਉਹ ਵੱਡੇ ਨੇ ਤੇ ਵੱਡਿਆਂ ਭਾਗਾਂ ਵਾਲੇ ਐ। ਕੌਣ ਜੀ ਵੱਡੇ ਨੇ? ਮਹਾਰਾਜ ਜੀ ਕਹਿੰਦੇ ਜਿਹੜੇ ਗੁਰਮੁਖ ਬਣ ਕੇ ਨਾਮ 'ਚ ਸਮਾ ਜਾਂਦੇ ਐ, ਉਹ ਵੱਡੇ ਐ। ਸੰਸਾਰ ਵਿੱਚ ਵੱਡੇ ਵੱਡੀ ਪ੍ਰਤਿਸ਼ਠਾ ਵਾਲੇ ਲੋਕਾਂ ਨੂੰ ਅਸੀਂ ਕਹਿ ਸਕਦੇ ਹਾਂ ਵੀ ਇਹ ਵੱਡੇ ਨੇ। ਉਹ ਸਾਡਾ ਨਜ਼ਰੀਆ ਹੋ ਸਕਦਾ ਹੈ, ਸਾਡੀ ਦ੍ਰਿਸ਼ਟੀ 'ਚ ਮਲਕ ਭਾਗੋ ਵੱਡਾ ਹੋ ਸਕਦਾ ਹੈ, ਪਰ ਗੁਰੂ ਨਾਨਕ ਸਾਹਿਬ ਦੀ ਦ੍ਰਿਸ਼ਟੀ 'ਚ ਭਾਈ ਲਾਲੋ ਵੱਡਾ ਹੈ। ਸਿੱਖੀ ਕੀ ਹੈ ਗੁਰੂ ਖਾਲਸਾ ਜੀ? ਸਿੱਖੀ ਦੀ ਪਰਿਭਾਸ਼ਾ ਕੀ ਹੈ? ਸਿੱਖੀ ਦੀ ਪਰਿਭਾਸ਼ਾ ਹੈ ਮਲਕ ਭਾਗੋ ਦੇ ਪੂੜੇ ਛੱਡ ਕੇ ਭਾਈ ਲਾਲੋ ਦੇ ਕੋਧਰੇ ਦਾ ਪ੍ਰਸ਼ਾਦਾ ਸਵੀਕਾਰ ਕਰਨਾ। ਇਹ ਸਿੱਖੀ ਹੈ। ਇਹ ਸਿੱਖੀ ਨਹੀਂ ਕਿ ਮਲਕ ਭਾਗੋ ਨੂੰ ਮਿਲਣ ਵਾਸਤੇ ਦਰਵਾਜ਼ੇ ਹੋਰ ਨੇ, ਕੋਈ ਗਰੀਬ ਆਇਆ ਹੋਵੇ ਤੇ ਉਹਦੇ ਲਈ ਦਰਵਾਜ਼ਾ ਹੋਰ ਹੈ। ਆਖੇ ਜੀ ਬਾਬਾ ਜੀ ਭੋਰੇ 'ਚ ਨੇ ਤੇ ਕੋਈ VIP ਆ ਜਾਏ ਤੇ ਉਹਨੂੰ ਮਿਲਣ ਵਾਸਤੇ ਉਸੇ ਵੇਲੇ ਤਤਪਰ ਹੋ ਜਾਏ। ਇਹ ਸਿੱਖੀ ਨਹੀਂ ਹੈ। ਵੱਡਾ ਉਹ ਹੈ ਜਿਹੜਾ ਗੁਰਮੁਖ ਬਣ ਕੇ ਹਰੀ ਦੇ ਨਾਮ 'ਚ ਸਮਾ ਜਾਵੇ। ਸੋ ਵੱਡਾ ਜਿਨ ਰਾਮ ਲਿਵ ਲਾਈ, ਜਿਹੜਾ ਪਰਮੇਸ਼ਰ ਦੇ ਨਾਮ ਨਾਲ ਆਪਣੀ ਲਿਵ ਲਾ ਲੈਂਦਾ ਹੈ, ਅਕਾਲ ਪੁਰਖ ਦੇ ਨਾਮ ਨਾਲ ਆਪਣੀ ਸੁਰਤ ਜੋੜ ਲੈਂਦਾ, ਉਹ ਵੱਡਾ ਹੈ। ਸਾਹਿਬ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਉਹ ਵੱਡਿਆਂ ਤੋਂ ਵੀ ਵੱਡੇ ਵਡਭਾਗੀ ਹਨ ਜੇ ਗੁਰਮੁਖ ਜਿਹੜੇ ਗੁਰੂ ਦੇ ਮੁਖ ਦੁਆਰਾ ਨਾਮ ਲੈ ਕੇ
ਉਸ ਨਾਮ ਦੇ ਵਿੱਚ ਸਮਾ ਜਾਂਦੇ ਆ। ਨਾਮ, ਮੰਮੇ ਨੂੰ ਸਿਹਾਰੀ ਲੱਗੀ ਹੈ, ਉਹ ਸੰਕੇਤ ਕਰਦੀ ਆ ਨਾਮ ਦੇ ਵਿੱਚ ਜਿਹੜੇ ਸਮਾ ਜਾਂਦੇ ਨੇ, ਜਿਨ੍ਹਾਂ ਦੀ ਸੁਰਤ ਨਾਮ 'ਚ ਸਮਾ ਜਾਂਦੀ ਹੈ, ਉਹ ਵੱਡਿਆਂ ਤੋਂ ਵੀ ਵੱਡੇ ਹਨ। ਉਹਨਾਂ ਦੇ ਭਾਗ ਸਭ ਤੋਂ ਵੱਡੇ ਹਨ। ਕਿਸੇ ਆਖਿਆ ਜੀ ਜਿਹੜੇ ਆ ਦੇਵਤੇ ਹੁੰਦੇ ਆ, ਇਹਨਾਂ ਦੇ ਭਾਗ ਵੱਡੇ ਐ। ਕਿਸੇ ਨੇ ਆਖਿਆ ਜੀ ਆ ਜਿਹੜੇ ਬੜੇ ਬੜੇ ਸਿੱਧ ਸਾਧਕ ਹੁੰਦੇ ਆ, ਇਹਨਾਂ ਦੇ ਭਾਗ ਵੱਡੇ ਐ। ਕਿਸੇ ਆਖਿਆ ਬੜੇ ਬੜੇ ਮੁਨੀ ਰਿਸ਼ੀ ਹੋਏ, ਤਪਸਵੀ ਹੋਏ, ਉਹਨਾਂ ਦੇ ਭਾਗ ਵੱਡੇ ਐ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਆ ਸਭ ਤੋਂ ਵੱਡੇ ਭਾਗ ਉਹਨਾਂ ਦੇ ਨੇ ਜਿਹੜੇ ਸਤਿਗੁਰਾਂ ਦੇ ਸਿੱਖ ਨੇ, ਗੁਰੂ ਕੇ ਸੇਵਕ ਨੇ। ਜਿਨ੍ਹਾਂ ਨੂੰ ਗੁਰੂ ਕੇ ਸਿੱਖਾਂ ਦੇ ਘਰ ਜਨਮ ਮਿਲ ਗਿਆ, ਉਹਨਾਂ ਦੇ ਵੀ ਵੱਡੇ ਭਾਗ। ਉਹਨਾਂ ਵੱਡੇ ਭਾਗਾਂ ਵਾਲਿਆਂ ਵਿੱਚੋਂ ਫਿਰ ਹੋਰ ਉਹਨਾਂ ਦੇ ਅੱਗੇ ਵੱਡੇ ਭਾਗ ਜਿਨ੍ਹਾਂ ਗੁਰੂ ਕੇ ਸਿੱਖਾਂ ਦੇ ਘਰ ਜਨਮ ਲੈ ਕੇ ਖੰਡੇ ਦੀ ਪਹੁਲ ਛਕੀ ਹੈ ਤੇ ਬਾਣੀ ਬਾਣੇ ਦੇ ਧਾਰਨੀ ਹੋਏ ਹੈ। ਉਹਨਾਂ ਦੇ ਭਾਗ ਹੋਰ ਵੱਡੇ। ਸਤਿਗੁਰੂ ਸੱਚੇ ਪਾਤਸ਼ਾਹ ਦੇ ਸੇਵਕਾਂ ਦੇ ਭਾਗ ਸਭ ਤੋਂ ਵੱਡੇ ਨੇ, ਜਿਨ੍ਹਾਂ ਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਗੁਰੂ ਰੂਪ 'ਚ ਪ੍ਰਾਪਤ ਹੋਏ ਨੇ। ਗੁਰਪੂਰਾ ਭੇਟਿਓ ਵਡ ਭਾਗੀ, ਮਨ ਹੈ ਭਇਆ ਪ੍ਰਗਾਸਾ। ਉਹਨਾਂ ਦੇ ਭਾਗ ਸਭ ਤੋਂ ਵੱਡੇ ਨੇ, ਜਿਨ੍ਹਾਂ ਦੇ ਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ 8ਵੇਂ ਗੁਰਦੇਵ ਨੇ। ਉਹਨਾਂ ਦੇ ਭਾਗ ਸਭ ਤੋਂ ਵੱਡੇ ਹੈ, ਜਿਨ੍ਹਾਂ ਦੇ ਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਹਨ। ਉਹਨਾਂ ਦੇ ਭਾਗ ਸਭ ਤੋਂ ਵੱਡੇ ਹੈ, ਜਿਨ੍ਹਾਂ ਦੇ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਹਨ। ਐਸੇ ਗੁਰਮੁਖਾਂ ਨੂੰ ਵੱਡੇ ਭਾਗਾਂ ਵਾਲਾ ਜਾਣੀਏ। ਸਾਡੇ ਵੱਡੇ ਭਾਗ ਸਾਨੂੰ ਐਸੇ ਸਤਿਗੁਰਾਂ ਦਾ ਮੇਲ ਪ੍ਰਾਪਤ ਹੋਇਆ। ਤਦੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਦੇ ਬਚਨ ਨੇ, ਭੂਲੇ ਮਾਰਗ ਜਿਨਹਿ ਬਤਾਇਆ, ਐਸਾ ਗੁਰ ਵਡ ਭਾਗੀ ਪਾਇਆ। ਐਸਾ ਗੁਰ ਵਡ ਭਾਗੀ ਪਾਇਆ, ਐਸਾ ਗੁਰ ਵਡ ਭਾਗੀ ਪਾਇਆ। ਐਸਾ ਗੁਰ ਵਡ ਭਾਗੀ ਪਾਇਆ, ਐਸਾ ਗੁਰ ਵਡ ਭਾਗੀ ਪਾਇਆ। ਐਸਾ ਗੁਰ ਵਡ ਭਾਗੀ ਪਾਇਆ, ਐਸਾ ਗੁਰ ਵਡ ਭਾਗੀ ਪਾਇਆ। ਐਸਾ ਗੁਰ ਵਡ ਭਾਗੀ ਪਾਇਆ, ਐਸਾ ਗੁਰ ਵਡ ਭਾਗੀ ਪਾਇਆ। ਵੱਡਿਆਂ ਭਾਗਾਂ ਵਾਲਿਆਂ ਨੂੰ ਐਸੇ ਗੁਰੂ ਦਾ ਮੇਲ ਪ੍ਰਾਪਤ ਹੋਇਆ। ਉਹਨਾਂ ਦੇ ਭਾਗ ਵੱਡੇ, ਜਿਹੜੇ ਗੁਰੂ ਕੇ ਮੁਖ ਦੁਆਰਾ ਨਾਮ ਪ੍ਰਾਪਤ ਕਰਕੇ ਨਾਮ 'ਚ ਸਮਾ ਗਏ ਹਨ। ਸਤਿਗੁਰੂ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਦੇ ਪਾਵਨ ਅੰਮ੍ਰਿਤ ਬਚਨ ਵਿਚਾਰਾਂ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ, ਕੋਟਾਨ ਕੋਟ ਸ਼ੁਕਰ। ਗੂੰਗਿਆਂ ਤੋਂ ਗੀਤਾ ਦੇ ਅਰਥ ਕਰਾਉਣ ਵਾਲੇ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ 8ਵੇਂ ਪਾਤਸ਼ਾਹ ਮਹਾਰਾਜ ਜੀ ਦਾ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਦੀ ਦਇਆ ਮਿਆ ਸਦਕਾ ਸਤਿਗੁਰਾਂ ਦੇ ਦਰਬਾਰ ਵਿੱਚ ਹਾਜ਼ਰੀਆਂ ਭਰੀਆਂ ਹਨ। ਧਰਮ ਪ੍ਰਚਾਰ ਕਮੇਟੀ ਦਿੱਲੀ ਕਮੇਟੀ ਦਾ ਧੰਨਵਾਦ। ਧੰਨਵਾਦ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ, ਹੈੱਡ ਗ੍ਰੰਥੀ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ। ਆਪ ਸਾਰੀਆਂ ਸੰਗਤਾਂ ਦਾ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਲਾਗ ਤੇ ਦੀਵਾਨ ਰਹੈਂ, ਗਾਵ ਤੇ ਸੁਜਾਨ ਰਹੈਂ, ਝੂਲ ਤੇ ਨਿਸ਼ਾਨ ਰਹੈਂ, ਪੰਥ ਮਹਾਰਾਜ ਕੇ। ਸਮਾਪਤੀ ਕਰੀਏ, ਅਖੀਰਲੀਆਂ ਪੰਕਤੀਆਂ ਸਰਵਣ ਕਰੀਏ ਜੀ। ਸਤਿਗੁਰ ਸੇਵੇ ਸੋ ਸੁਖ ਪਾਏ, ਨਾਉ ਵਸੈ ਮਨ ਆਈ। ਨਾਨਕ ਸੇ ਵੱਡੇ ਵਡ ਭਾਗੀ, ਜੇ ਗੁਰਮੁਖ ਨਾਮ ਸਮਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।